आसा महला चौथा छंत घर चौथा। श्री गुरु ग्रंथ साहब जी का पन्ना 448 449 पेज 448 449 शब्द नंबर 1। हर अमृत पिन्ने लोएना मन प्रेमे रतना राम राजे। मन राम में कसवटी लाया कंचन सोविन्ना कंचन सोविन्ना। गुरुमुखे रंगे चलू लिया मेरा मन तनो पिन्ना मेरा तनु पिन्ना। जन नानक मुश्के चको लिया सब जन्म धन धन्ना सब जन्म धन धन्ना। दो डंडियां एका दो डंडियां ये पहला छंद है छक्के छंदां दा। ਜਿਹੜੇ छक्के 6 ने और एक छक्के ਦੇ ਵਿੱਚ 4-4 ਛੰਦ ਨੇ। 6 ਚੌਕਾ 24 ਛੰਦਾਂ ਦਾ ਅਸੀਂ ਗਿਆਨ ਲੈ ਰਹੇ ਹਾਂ ਜਿਹੜੇ ਕਿ ਆਮ ਆਸਾ ਦੀ ਵਾਰ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਉਹਦੀਆਂ ਵੀ ਪੌੜੀਆਂ ਵਿੱਚ 24 ਔਰ ਉਹਨਾਂ ਦੇ ਨਾਲ ਪਹਿਲਾਂ ਬੜੇ ਪਿਆਰ ਨਾਲ ਸਾਰੀ ਸੰਗਤ ਰਾਗੀ ਸਿੰਘ ਦੁਨੀਆ ਸੁਣ ਰਹੀ ਹੈ ਔਰ ਪਹਿਲਾਂ ਛੱਕਾ ਦਾ ਛੰਦ ਪੜ੍ਹਦੇ ਆ ਉੱਥੋਂ ਬਾਅਦ ਫਿਰ ਆਸਾ ਦੀ ਵਾਰ ਸ਼ੁਰੂ ਕਰਦੇ ਆ। ਲੇਕਿਨ ਅਸੀਂ ਕੱਲ੍ਹ ਪਿਛਲੀ ਟੇਪ ਜੋੜ ਲਿਓ ਜਿਹੜਾ ਪ੍ਰੀਫੇਸ ਜਿਹੜੇ ਅਸੀਂ ਇਸ ਕਿਉਂ ਇਹ ਗਿਆਨ ਸ਼ੁਰੂ ਕੀਤਾ ਹੈ ਉਹ ਪਿਛਲੀ ਟੇਪ ਜ਼ਰੂਰ ਲਿੰਕ ਲਾ ਲਿਓ। ਅੱਜ ਅਸੀਂ ਦੂਸਰੇ ਛੰਦ ਦਾ ਗਿਆਨ ਲੈਣਾ ਹੈ ਜਿਹੜਾ ਅਸੀਂ ਆ ਦੋ ਡੰਡੀਆਂ ਏਕਾ ਦੋ ਡੰਡੀਆਂ ਇਹ ਪਹਿਲਾ ਛੰਦ ਹੈ। ਅਖੀਰ 'ਤੇ ਦੇਖੋ ਜਿਹੜਾ ਅਗਲਾ ਛੰਦ ਚੱਲਣਾ ਤੁਹਾਡੇ ਹੱਥਾਂ 'ਚ ਸ਼ਬਦ ਹੈ ਉਹ ਦੋ ਡੰਡੀਆਂ ਤੇ ਦੂਆ ਪਿਆ ਦੂਆ ਛੰਦ ਹੈ ਤੇ ਆਸਾ ਮਹੱਲਾ ਚੌਥਾ ਹਰ ਤੇ ਇਹ ਛੱਕਾ ਵੇ ਛੱਕੇ ਹੈ 6 ਛੱਕੇ 6 ਵਾਰੀ ਆਸਾ ਦਾ ਮਹੱਲਾ ਚੌਥਾ ਆਏਗਾ ਜਿਹੜਾ ਅਸੀਂ ਗਿਆਨ ਲੈਂਦੇ ਹਾਂ ਔਰ ਉਹ 'ਚ 4-4 ਛੰਦ ਹੈ। ਇੱਕ 'ਚ ਅਸੀਂ ਇਹ ਪਹਿਲਾ ਸ਼ੁਰੂ ਕੀਤਾ ਪਹਿਲੇ ਦਾ ਗਿਆਨ ਲੈ ਚੁੱਕੇ ਹਾਂ। ਹੁਣ ਅਸੀਂ ਆਹ ਚੀਜ਼ ਲੈਣੀ ਹੈ ਵੀ ਅਗਲਾ ਛੰਦ ਕੀ ਕਹਿੰਦਾ ਹੈ। ਆਓ ਪਹਿਲਾਂ ਸਾਰੇ ਰਲ ਕੇ ਸੰਗਤ ਜਿੰਨਾ ਕੁ ਵੀ ਸ਼ੁੱਧ ਹੋ ਸਕੇ ਤੁਹਾਡੇ ਹੱਥਾਂ 'ਚ ਹੈ ਦਰਸ਼ਨ ਕਰਕੇ ਪੜ੍ਹਨਾ ਹੀ ਚਾਹੀਦਾ ਬਾਣੀ ਦਾ। ਹਰੇ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ राम राजे। जिस लागी पीर पेरम की सो जान जरिया सो जान जरिया। जीवन मुक्ते सो आखिए मरे जीवै मरिया मरे जीवै मरिया। जन नानक सत्य गुर मेले हर जग दोतर तरिया जग दोतर तरिया। अगला छंद आया भी मेरा मन उस प्रेम बाणी नाल विन्निया गया ते मारिया गया। मारिया मतलब मन दे विच हुण बुरे ख्याल नहीं उठदे। जिहड़ी साडी है वो साडा गुरु दा मंत्र है जिहड़ा असीं जपना जिहड़ा असीं दीखित जिस वेले
ਪੰਜ ਪਿਆਰੇ ਕਰਦੇ ਆ ਤੇ ਉਹ ਬੁਲਾ ਬੁਲਾ ਕੇ ਲਫ਼ਜ਼ ਇਹ ਸ਼ਬਦ ਦੱਸਦੇ ਵੀ ਆ ਜਪਣਾ ਤੁਸੀਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦੇ ਵਿੱਚ ਸਾਡਾ ਵਾਹਿਗੁਰੂ ਗੁਰਮੰਤਰ ਪਿਆ ਔਰ ਸਾਰੀ ਬਾਣੀ 'ਚ ਵੀ ਇਹਨੂੰ ਵਾਹੋ ਵਾਹੋ ਗੁਰੂ ਗੁਰੂ ਜਾਂ ਗੁਰ ਗੁਰ ਜਾਂ ਗੁਰੂ ਗੁਰ ਗੁਰੂ ਗੁਰ ਮਤਲਬ ਇਹ ਸਾਰਾ ਸਾਡਾ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦਾ ਜਿਹੜਾ ਗੁਰਮੰਤਰ ਹੈ ਉਹ ਵਾਹਿਗੁਰੂ ਹੈ ਚੁਅੱਖਰਾ ਸ਼ਬਦ। ਤੇ ਉਹ ਅਸਲ ਪ੍ਰੇਮ ਬਾਣੀ ਜਦੋਂ ਪਿਆਰ ਦੇ ਨਾਲ ਕਮਾਈ ਕੀਤੀ ਉਹਦੇ ਤੇ ਭਗਤੀ ਕੀਤੀ ਤਾਂ ਮੇਰਾ ਮਨ ਮਾਰਿਆ ਗਿਆ। ਜੀਵਨ ਮੁਕਤੇ ਸੋ ਆਖੀਐ ਮਰੇ ਜੀਵੈ ਮਰਿਆ ਮਰੇ ਜੀਵੈ ਮਰਿਆ। ਇਹ ਜੀਂਦੇ ਮਰਨਾ ਕੀ ਹੈ ਅਸੀਂ ਕਰਾਂਗੇ। ਪਹਿਲਾਂ ਅਸੀਂ ਆਹ ਲਾਈਨ ਆ ਗਈ ਔਰ ਅਸੀਂ ਇਹਦੇ ਵਿੱਚ ਅਣਿਆਲੇ ਅਣੀਆਂ ਖੋਲ ਚੁੱਕੇ ਹਾਂ। ਪਿਛਲੀ ਟੇਪ ਦਾ ਲਿੰਕ ਲੈ ਲਿਓ। ਹਰ ਪ੍ਰੇਮ ਬਾਣੀ ਜਿਹੜਾ ਉਹ ਸਾਡਾ ਸ਼ਬਦ ਜਪਣ ਵਾਲਾ ਹੈ, ਭਗਤੀ ਕਰਨ ਵਾਲਾ। ਜੇ ਤੇ ਅਸੀਂ ਇੱਕ ਅੱਖਰ ਤੇ ਭਗਤੀ ਕਰਨੀ ਹੈ ਪਰਮੇਸ਼ਰ ਦੇ ਨਾਮ ਤੇ, ਕਿਸੇ ਇਨਸਾਨ ਨੂੰ ਕਿਸੇ ਗੁਰੂ ਦੇ ਨਾਮ ਨੂੰ ਨਹੀਂ ਧੰਨ ਕਹੀ ਜਾਣਾ। ਸਾਡੀ ਬਾਣੀ 'ਚ ਸਖਤ ਸੰਗਤ ਨੂੰ ਹਾਲੇ ਪਤਾ ਨਹੀਂ ਹੈ ਵੀ ਗੁਰੂ ਨਾਨਕ ਪਾਤਸ਼ਾਹ ਆਪਣਾ ਨਾਮ ਜਪਾਉਣ ਨਹੀਂ ਸੀ ਆਏ, ਉਹ ਆਪਣੇ ਸਾਹਿਬ ਦਾ ਨਾਮ ਜਪਾਉਣ ਆਏ ਸੀ। ਇਸ ਕਰਕੇ ਕਾਲ ਪੁਰਖ ਦਾ ਨਾਮ ਨਰੋਲ ਜਪਣਾ ਹੈ ਔਰ ਉਹਦੇ ਨਾਲ ਮਨ ਮਾਰਿਆ ਜਾਣਾ ਹੈ। ਔਰ ਮਨ ਜਿਹੜਾ ਮਾਰਨਾ ਹੈ ਇਹੋ ਸਭ ਤੋਂ ਵੱਡੀ ਪ੍ਰੋਬਲਮ ਹੈ। ਅਣਿਆਲੇ ਅਣੀਆਂ ਅਸੀਂ ਖੋਜ ਚੁੱਕੇ ਹਾਂ ਵੀ ਐਸੇ ਤੀਰ ਲੱਗਦੇ ਆ ਫਿਰ ਸ਼ਬਦ ਦੇ। ਉਹ ਅਸੀਂ ਪਿਛਲੀ ਟੇਪ ਸੁਣ ਲਿਓ। ਅਸੀਂ ਇੱਥੋਂ ਹੁਣ ਗਾਂਹ ਚੱਲਦੇ ਹਾਂ। ਜਿਸ ਲਾਗੀ ਪੀਰ ਪੇਰਮ ਕੀ ਸੋ ਜਾਣ ਜਰੀਆ ਸੋ ਜਾਣ ਜਰੀਆ। ਜਿਹਦੇ ਅੰਦਰ ਕੋਈ ਨਾਮ ਜਪ ਜਪ ਕੇ ਕਲਾ ਵਰਤ ਗਈ ਹੈ ਔਰ ਉਹਨੂੰ ਜਰਨਾ ਸਿੱਖ ਗਿਆ ਹੈ ਉਹ ਇਹ ਪਦਮੀਆਂ ਲਏਗਾ। ਜੇ ਉਹ ਆਪਣਾ ਸਭ ਕੁਝ ਬਾਹਰ ਭੇਦ ਕੱਢ ਦਿੰਦਾ ਜਾਂ ਸਾਰੇ 'ਚ ਉਹਦੇ 'ਚ ਹਉਮੈ ਆਏਗੀ ਕਿ ਦੁਨੀਆ ਨੂੰ ਪਤਾ ਲੱਗ ਜਾਂਦਾ ਵੀ ਉਹ ਇਹ ਤਾਂ ਬੜਾ ਚੜ੍ਹਾਈ ਵਾਲਾ ਸਿੰਘ ਹੈ ਜਾਂ ਸਾਰਾ, ਉਹਦੇ ਨਾਲ ਤੁਹਾਡਾ ਆਪਣਾ ਨੁਕਸਾਨ ਹੈ। ਇਸ ਕਰਕੇ ਉਹ ਆਮ ਸਿੱਧਾ ਪੱਧਰਾ ਉਹਨੂੰ ਜੋ ਚੀਜ਼ ਅੰਦਰ ਵਰਤਦੀ ਹੈ ਆਉਂਦੀ ਹੈ ਉਹਨੂੰ ਜਰਨਾ ਸਿੱਖੇ। ਸੋ ਜਾਣੇ ਜਰੀਆ, ਜਿਹਨੇ ਜਰਿਆ ਹੈ ਉਹ ਇਸ ਪ੍ਰੇਮ ਦੀ ਪ੍ਰੇਮ ਕਹਿੰਦੇ ਅਕਾਲ ਪੁਰਖ ਦੀ ਪੀੜ ਨੂੰ ਜਾਣਦਾ ਹੈ। ਜਿਸ ਲਾਗੀ ਪੀਰ ਰਾਮ ਕੀ ਸੋ ਜਾਣ ਜਰੀਆ ਸੋ ਜਾਣ ਜਰੀਆ। ਉਹ ਜੀਵਨ ਮੁਕਤ ਫਿਰ ਅਗਲਾ ਸਟੈਪ ਆਉਂਦਾ ਹੈ। ਜਿੱਦਾਂ ਜਿੱਦਾਂ ਲਿਖਿਆ ਉੱਦਾਂ ਉੱਦਾਂ ਅੰਦਰ ਚੜ੍ਹਾਈ ਹੋਣੀ ਹੈ। ਪਹਿਲਾਂ ਇਸ ਦੀ ਸ਼ਬਦ ਦੀ ਕਮਾਈ ਕੀਤੀ ਔਰ ਉਹਨੇ ਕਾਰੇ ਵਰਤਾਏ ਜੋ ਅਸੀਂ ਪਿਛਲੀ 'ਚ ਲਿਖਤਾ ਵੀ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਉਹ ਪਿਛਲੀ ਟੇਪ ਸੁਣ ਲਿਓ। ਲੇਕਿਨ ਉਹ ਸਾਰੀ ਅੰਦਰਲੀ ਅਵਸਥਾ ਨੂੰ ਬਾਹਰ ਨਹੀਂ ਕੱਢਣਾ, ਨਾ ਕਿਸੇ ਨੂੰ ਦੱਸਣਾ ਹੈ। ਉਹ ਫਿਰ ਜਰਨਾ ਸਿੱਖ ਜਾਂਦਾ। ਉਹਨੂੰ ਕਹਿੰਦੇ ਆ ਹਾਜ਼ਮ ਕਰਨਾ ਗਿਆਨ ਨੂੰ। ਸਾਡੇ ਆਉਂਦਾ ਮਦਾਵਨੀ ਮਹੱਲੇ 'ਚ ਹੀ ਥਾਲ ਵਿੱਚ ਤਿੰਨੇ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ। ਖਾ ਕੇ ਅਸੀਂ ਉਲਟੀ ਨਹੀਂ ਕਰ ਦੇਣੀ ਗਿਆਨ ਦੀ, ਬਾਹਰ ਦੱਸਣਾ ਨਹੀਂ ਹੈ। ਜਿਹਨੂੰ ਹਜਮ ਕਰਨਾ ਪੁੰਚਣਾ ਕਹਿੰਦੇ ਆ। ਜਿਹੜੀ ਖਾਣਾ ਚੀਜ਼ ਉਹਨੂੰ ਫਿਰ ਅੰਦਰ ਹਜਮ ਕਰ ਜਾਣੀ। ਹਜਮ ਕਰਨਾ ਵੀ ਉਹਦਾ ਭੇਦ ਨਹੀਂ ਕਿਸੇ ਨੂੰ ਬਾਹਰ ਦੱਸਣਾ ਵੀ ਮੇਰੇ ਅੰਦਰ ਕੀ ਵਰਤ ਰਿਹਾ ਹੈ। ਸਿੱਧੇ ਪੱਧਰੇ ਅਸੀਂ ਲੇਮੈਨ ਲੈਂਗੁਏਜ ਦੇ ਵਿੱਚ ਸਾਰੇ ਮਹੀਨੇ ਕੱਢ ਰਹੇ ਹਾਂ ਤਾਂ ਕਿ ਸਾਰੇ ਲੋਕ ਇੰਨੀ ਚਿੱਕੜ ਦੀ ਆਸਾ ਦੀ ਵਾਰ ਦੇ ਨਾਲ ਹੀ ਸ਼ੱਕਾ ਸੰਦ ਸੁਣੀ ਜਾਂਦੀ ਆ। ਲੇਕਿਨ ਕਿਸੇ ਦਾ ਕੁਛ ਬਣਦਾ ਕਿਉਂ ਨਹੀਂ? ਕਿਉਂਕਿ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਤੋ ਜਿਹੜਾ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ। ਇਸ ਕਰਕੇ ਪਹੁੰਚਣਾ ਹੈ ਜੋ ਸਾਨੂੰ ਗਿਆਨ ਮਿਲਦਾ ਉਹਨੂੰ ਅੰਦਰ ਜ਼ਬਤ ਰੱਖਣਾ, ਜਰਨਾ ਔਰ ਉਹਦਾ ਭੇਦ ਬਾਹਰ ਨਹੀਂ ਕੱਢਣਾ। ਉਹ ਤੋਂ ਕਹਿੰਦੀ ਹੈ ਜਿਸ ਲਾਗੀ ਪੀਰ ਪੇਰਮ ਕੀ
ਜਾਣੈ ਜਰੀਆ ਸੋ ਜਾਣੈ ਜਰੀਆ। ਆ ਬੜਾ ਭੇਦ ਹੈ, ਦੋ ਲਾਵਾਂ ਹੈ। ਜਾਣੇ ਜਾਣੇ ਨਹੀਂ ਕਹਿਣਾ, ਜਾਣ ਹੈ। ਇਕੱਲਾ ਬੰਦਾ ਫਿਰ ਉਹ ਜਿਹੜਾ ਜਰਦਾ ਹੈ ਉਹਦੇ ਲਈ, ਇਕੱਲੇ ਬੰਦੇ ਲਈ ਲਿਖਿਆ ਸੋ ਜਾਣਾ ਜਰੀਆ, ਜਿਹਨੇ ਅੰਦਰ ਹਜਮ ਕਰ ਲਿਆ ਔਰ ਆਪਣਾ ਭੇਦ ਨਹੀਂ ਦੱਸਦਾ ਬਾਹਰ। ਅਗਲੀ ਚੜ੍ਹਾਈ ਆਈ ਹੈ ਵੀ ਜਦੋਂ ਇੱਥੇ ਤੱਕ ਅੰਦਰ ਹੋ ਜੇ ਫਿਰ ਤੂੰ ਮੁਕਤੀ ਦੇ ਪਦਾਰਥ ਨੂੰ ਹੱਥ ਪਾਏਗਾ। ਔਰ ਮੁਕਤੀ ਅਸੀਂ ਮਰਨ ਤੋਂ ਬਾਅਦ ਨਹੀਂ ਲੈਣੀ। ਸਾਰੀ ਹਿੰਦੂ ਫਿਲਾਸਫੀ ਪਹਿਲੀ ਸਾਰੀ ਸੀ ਵੀ ਆਹ ਕਰਮ ਕਾਂਡ ਕਰੋ, ਤੁਸੀਂ ਬਕੁੰਡ 'ਚ ਜਾਂ ਮੁਕਤ ਤੁਹਾਡੀ ਮੁਕਤੀ ਹੋ ਜੂ। ਸਾਰਾ ਮੁਕਤ ਪਦਾਰਥ ਤੀਸਰਾ ਪਦਾਰਥ ਹੈ। ਪਹਿਲਾ ਸਾਡਾ ਜਨਮ ਪਦਾਰਥ ਹੈ ਵੀ ਸਾਨੂੰ ਜਨਮ ਐਸਾ ਮੋਲ ਮਿਲਿਆ, ਇਹਦੇ ਵਿੱਚ ਹੀ ਤੂੰ ਮੁਕਤ ਹੋ ਸਕਦਾ, ਕਿਉਂਕਿ ਜਾਨਵਰਾਂ ਦੀ ਜੂਨਾਂ ਹੋਰ ਜੂਨਾਂ 'ਚ ਆਹ ਜੂਨ ਜਿਹੜੀ ਹੈ ਇਨਸਾਨ ਹੀ ਜੂਨ, ਦੇਵਤੇ ਵੀ ਜੂਨ 'ਚ ਹੈ, ਉਹ ਵੀ ਨਹੀਂ ਮੁਕਤ ਹੋਏ, ਉਹ ਵੀ ਫਿਰ ਰਹੇ ਨੇ ਵੀ ਕਦੋਂ। ਜਿਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਮਾਨਸ ਜਨਮ ਦੇ ਵਿੱਚ ਹੀ ਮੁਕਤ ਹੋ ਸਕਦਾ। ਸਾਨੂੰ ਕਈ ਕਹਿੰਦੇ ਜੀ ਇਹ ਤੁਸੀਂ ਤੇ ਤੋਤਾ ਰਟਣੀ ਹੈ, ਸਾਰੀ ਤੋਤਿਆਂ ਨੂੰ ਰਟੀ ਚੱਲੋ, ਕਿੱਦਾਂ ਮੁਕਤ ਹੋ ਜਾਣਗੇ। ਇਸ ਕਰਕੇ ਉਹ ਸਾਰਾ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਾਂ ਵੀ ਗਨਕਾ ਮੁਕਤ ਹੋਈ ਸੀ, ਤੋਤਾ ਨਹੀਂ ਸੀ ਮੁਕਤ ਹੋਇਆ। ਤੋਤਾ ਦਾ ਜੂਨ ਹੈ, ਜਿੰਨਾ ਮਰਜ਼ੀ ਰਾਮ ਰਾਮ ਕਹਿੰਦਾ ਜਾਏ, ਲੇਕਿਨ ਉਹਨੂੰ ਕਹਾਉਣ ਵਾਲਾ ਜੇ ਬੰਦਾ ਅਤੇ ਪਰਮੇਸ਼ਰ ਦੀ ਮਿਹਰ ਹੋ ਜਾਏ ਉਹ ਮੁਕਤ ਹੋਏਗਾ, ਤੋਤਾ ਨਹੀਂ ਮੁਕਤ ਹੋ ਸਕਦਾ। ਇਸ ਕਰਕੇ ਜਿਹੜੀਆਂ ਅਟੈਕ ਹੋ ਰਹੇ ਸਾਡੇ 'ਤੇ ਵੀ ਇਹ ਤੋਤਾ ਰਟਣੀ ਆ, ਮਕੈਨੀਕਲ ਰੈਪੀਟੇਸ਼ਨ ਆ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ। ਅਸੀਂ ਸਾਰਾ ਕੱਢੀ ਆ ਰਹੇ ਹਾਂ ਵੀ ਸਾਡੀ ਸਾਰੀ ਬਾਣੀ ਕਹਿੰਦੀ ਹੈ ਸਾਰੇ ਰਲ ਕੇ ਬੋਲਿਓ, ਇੱਕ ਅੱਖਰ ਨਾਲ ਹੀ ਸਭ ਕੁਝ ਹੋਣਾ। ਇਸ ਕਰਕੇ ਅੱਖਰ ਜਪਣ ਵਾਲਾ ਹੈ, ਬਾਕੀ ਅੱਖਰ ਗਿਆਨ ਦੇ ਰਹੇ ਨੇ ਸਾਨੂੰ। ਇਸ ਕਰਕੇ ਜਪਣ ਨਾਲ ਸਭ ਕੁਝ ਹੋਣਾ ਹੈ। ਅਤੇ ਇਸ ਕਰਕੇ ਜਿਹਨੂੰ ਫਿਰ ਅੰਦਰ ਇਹ ਪੀਰ ਪਿਰਮ ਪਹਿਲਾਂ ਤੀਰ ਲੱਗੇ, ਸਾਰਾ ਆਪ ਕੜੀਆਂ ਆਪ ਕਬੀਰ ਗੁੰਗਾ ਹੋਆ ਬਾਵਰਾ ਬਹਿਰੇ ਹੋਏ ਕਾਨ, ਪਾਵੋਂ ਤੇ ਪਿੰਗਲ ਪਿਆ ਸਤਿਗੁਰ ਮਾਰਿਆ ਬਾਣ। ਔਰ ਉਹ ਪਹਿਲਾਂ ਆਹ ਚੀਜ਼ਾਂ ਵਰਤੀਆਂ ਦੂਸਰੇ ਛੱਕੇ 'ਚ। ਦੂਸਰੇ ਛੰਦ ਕਹਿਣਾ ਚਾਹੀਦਾ, ਛੱਕੇ ਚੌਂ ਛੰਦਾਂ ਨੂੰ ਜੋੜ ਕੇ ਉਹਨੂੰ ਛੱਕਾ ਕਿਹਾ ਜਾਂਦਾ ਸੀ। ਪਹਿਲਾ ਛੱਕਾ ਤੇ ਦੂਸਰਾ ਛੰਦ ਪੜ੍ਹ ਰਹੇ ਹਾਂ। ਹਰ ਪ੍ਰੇਮ ਬਾਣੀ ਮਨ ਮਾਰਿਆ, ਉਸ ਵੇਲੇ ਮਨ ਮਰਨਾ ਸ਼ੁਰੂ ਹੋ ਜਾਂਦਾ। ਮਨ ਮਾਰਿਆ ਔਰ ਉੱਥੋਂ ਬਾਅਦ ਫਿਰ ਭਗਤੀ ਆਉਂਦੀ। ਪਹਿਲਾ ਪਦਾਰਥ ਹੈ ਜੀਵਨ ਪਦਾਰਥ, ਜਿਹੜਾ ਮਾਨਸ ਦਾ ਜਨਮ ਮਿਲਿਆ, ਜਨਮ ਪਦਾਰਥ। ਦੂਸਰੇ ਜਨਮ ਦੇ ਵਿੱਚ ਗਿਆਨ ਨਾ ਲਿਆ, ਅਸੀਂ ਪਸ਼ੂਆਂ ਨਾਲੋਂ ਵੀ ਭੈੜੇ ਕੰਮ ਕਰਾਂਗੇ। ਗਿਆਨ ਆ ਬਾਹਰ ਚਤਰਾਈ ਨਹੀਂ ਹੈ ਬਾਣੀ ਦੀ। ਗਿਆਨ ਹੈ ਜੋ ਬਾਣੀ ਨਾਮ ਜਪਣ ਦੇ ਉੱਤੇ ਦਿੰਦੀ ਹੈ। ਔਰ ਬਾਬੇ ਨਾਨਕ ਨੇ ਇੱਕ ਤੁੱਤ ਦਿੱਤੀ ਹੈ ਗਿਆਨ ਲਈ, ਸਦਾ ਲਈ ਗਾਈਡਲਾਈਨ ਨਹੀਂ। ਉਹ ਕੀ ਹੈ? ਬਾਬਾ ਨਾਨਕ ਕਹਿੰਦਾ ਐਸਾ ਗਿਆਨ ਜਪੋ ਮਨ ਮੇਰੇ। ਹੋਰ ਕੀ ਗਿਆਨ ਅਸੀਂ ਕਰਨਾ? ਜਿਹੜਾ ਸਾਨੂੰ ਨਾਮ ਜਪਾ ਦੇ ਉਹ ਗਿਆਨ ਠੀਕ ਹੈ, ਬਾਕੀ ਚਤਰਾਈ ਹੈ। ਐਸਾ ਗਿਆਨ ਜਪੋ ਮਨ ਮੇਰੇ। ਔਰ ਕਿਸੇ ਚਾਕਰ ਕਿਹਦੇ ਹੋਣਾ? ਹੋਵੋ ਚਾਕਰ ਸਾਚੇ ਕੇ। ਬਹੁਤਾ ਗਿਆਨ ਅਸੀਂ ਕੋਈ ਗਿਆਨੀ ਬਣਨਾ, ਮਤਲਬ ਸਾਡਾ ਗਿਆਨ ਹੈ ਬਾਬਾ ਨਾਨਕ ਹੀ ਕਹਿੰਦਾ, ਜਿਹੜਾ ਸਾਨੂੰ ਗਿਆਨ ਨਾਮ ਜਪਾ ਦੇ ਅਸੀਂ ਉਹ ਲੈਣ ਨੂੰ ਤਿਆਰ ਹੈ। ਇਸ ਕਰਕੇ ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਘੇਰੇ। ਇਸ ਕਰਕੇ ਜਿਹੜਾ ਅਸੀਂ ਜੀਵਨ ਮੁਕਤ ਹੋਣਾ ਹੈ ਉਹ ਪਹਿਲਾ ਪਦਾਰਥ ਸਮਝਣਾ ਹੈ। ਪਹਿਲਾ ਹੈ ਜਨਮ ਪਦਾਰਥ, ਦੂਸਰਾ ਹੈ ਗਿਆਨ ਪਦਾਰਥ। ਅਸੀਂ ਗਿਆਨ ਖੰਡ 'ਚ ਪੈਰ ਰੱਖਣਾ ਗਾ, ਅਗਲਾ ਹੀ ਗਿਆਨ ਖੰਡ ਹੈ, ਪਹਿਲਾ ਧਰਮ ਖੰਡ ਹੈ। ਜੇ ਸਾਨੂੰ ਜੀਵਨ ਮਿਲਿਆ ਅਸੀਂ ਧਰਮ ਦਾ ਕੰਮ ਕਰਨਾ, ਪਾਪ ਦਾ ਨਹੀਂ ਕੰਮ ਕਰਨਾ। ਤੋ ਐਸ ਪਹਿਲਾ ਜਨਮ ਪਦਾਰਥ, ਫਿਰ ਦੂਸਰਾ ਗਿਆਨ ਪਦਾਰਥ ਹੈ। ਗਿਆਨ ਖੰਡ 'ਚ ਹੀ ਸਾਰੇ ਹਲੀ ਬੈਠੇ ਹੈ। ਕ੍ਰਿਸ਼ਨ ਬੁੱਧ ਸਾਰੇ ਦੇਖੋ, ਕੇਤੇ ਕਾਨ ਵਿਹੇਸ਼ ਕੇਤੇ, ਦੇਖੋ ਕਿੰਨੇ ਉਹ ਬੜੇ ਬੜੇ ਲੋਕ, ਲੇਕਿਨ ਉਹ ਆਮ ਇਨਸਾਨਾਂ ਨਾਲੋਂ ਕੁਛ ਉੱਚੇ ਹੈ ਉਹ, ਲੇਕਿਨ ਉਹ ਵੀ ਗਿਆਨ ਖੰਡ 'ਚ ਹੀ ਬੈਠੇ। ਅੱਗੇ ਵਾਲਾ ਖੰਡ ਬਹੁਤ ਮੁਸ਼ਕਿਲ ਹੈ, ਸਰਮ ਖੰਡ। ਉਹਦੇ 'ਚ ਵੜਨਾ ਔਰ ਉੱਥੋਂ ਬਾਅਦ ਉੱਥੇ ਕੀ ਘੜਿਆ ਜਾਂਦਾ? ਉੱਥੇ ਆਹ ਜਿਹੜੀ ਵਿਚਾਰ ਸ਼ਬਦ ਦੀ ਕਰ ਰਹੇ ਹਾਂ, ਇਹੋ ਮਨ ਘੜਿਆ ਜਾਂਦਾ, ਬੁੱਧ ਘੜੀ ਜਾਂਦੀ, ਸੁਰਤ ਘੜੀ ਜਾਂਦੀ ਹੈ। ਸਰਮ ਖੰਡ ਕੀ ਬਾਣੀ ਰੂਪ, ਐਡਾ ਸੁੰਦਰਤਾ ਉੱਥੇ, ਜਿਹੜੀ ਫਿਰ ਬਾਹਰਲੀ ਸੁੰਦਰਤਾ ਨਹੀਂ ਬੰਦੇ ਨੂੰ ਸਤਾਉਂਦੀ। ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜ ਘੜ ਗਏ ਬਹੁਤ। ਆ ਰੂਪ ਤੋਂ ਵੀ ਉਤਲਾ ਰੈਂਕ ਹੈ ਅਨੂਪ, ਕੋਈ ਹੱਦ ਹੀ ਨਹੀਂ। ਸਰਮ ਖੰਡ ਕੀ ਬਾਣੀ ਉਹ ਉਸ ਖੰਡ 'ਚ ਬਣਨ ਲੱਗਾ। ਤੀਸਰਾ ਖੰਡ ਕੀ ਹੈ?
ਗਿਆਨ ਖੰਡ ਤੋਂ ਉੱਚਾ। ਔਰ ਸੇਵ ਇੱਥੇ ਦੇਵਤੇ ਬੁੱਧ ਕ੍ਰਿਸ਼ਨ ਮਾਂ ਜਿੰਨੇ ਲਿਖੇ ਗਿਆਨ ਖੰਡ ਪੜ੍ਹੋ ਆਪਣਾ ਜਪਜੀ, ਉਹ ਇਹਦੇ 'ਚ ਐਂਟਰ ਹੀ ਨਹੀਂ ਹੋ ਸਕਦੇ। ਹਲੀ ਤੇ ਹੋਰ ਖੰਡ ਪਏ ਗਾਂ ਚੜ੍ਹਨ ਨੂੰ। ਅਤੇ ਜਦੋਂ ਸਰਮ ਖੰਡ ਹੈ, ਛੋਟਾ ਜਿਹਾ ਖੰਡ ਆ, ਉਹਦਾ ਜੇ ਕੋਈ ਭੇਦ ਦੱਸ ਦੇਵੇ ਕਿ ਉਹਦੀਆਂ ਸਾਰੀਆਂ ਕਲਾਂ ਡਿੱਗ ਜਾਂਦੀਆਂ। ਇਸੇ ਕਰਕੇ ਉਹ ਸਰਮਖੰਡ ਨੂੰ, ਛੋਟਾ ਜਿਹਾ ਖੰਡ ਆ, ਲੰਘਣਾ ਬੜਾ ਮੁਸ਼ਕਲ ਹੈ। ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ। ਉਹਦੀਆਂ ਸਾਰੀਆਂ ਕਰਨ ਡਿੱਗੀਆਂ, ਪਿੱਛੋਂ ਪਛਤਾਏਗਾ ਵੀ ਉਹ ਮੈਂ ਕੀ ਕਰ ਬੈਠਾ, ਆਪਣਾ ਭੇਦ ਦੇਤਾ। ਔਰ ਇਹੋ ਹੀ ਹੈ ਵੀ ਜਿਹੜਾ ਗਿਆਨ ਤੁਹਾਨੂੰ ਮਿਲਦਾ ਉਹਨੂੰ ਜਰਨਾ ਸਿੱਖੋ ਅੰਦਰ, ਜੋ ਕਿ ਸਾਡੀ ਕਲਾ ਬਣ ਰਹੀ ਹੈ। ਇਸ ਕਰਕੇ ਤੀਸਰਾ ਖੰਡ ਧਿਆਨ ਨਾਲ ਸਮਝਣਾ। ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕੇ ਪਿੱਛੇ ਪਛਤਾਏ ਤਿੱਥੇ ਘੜੀਏ। ਦੇਖੋ ਕਿਹੜੀ ਚੀਜ਼ ਹੈ, ਸਭ ਤੋਂ ਪਹਿਲਾਂ ਜਿਹੜਾ ਸੁਰਤ ਹੈ ਇਹ ਘੜੀ ਜਾਂਦੀ ਹੈ। ਹੁਣ ਸਾਨੂੰ ਕੋਈ ਹਰ ਵੇਲੇ ਇੰਨੀਆਂ ਸੁਰਤਾਂ ਫੁਰਦੀਆਂ, ਖਾਸ ਕਰਕੇ ਜਪਣ ਵੇਲੇ ਆਉਣ ਕਿਤੇ ਹੁੰਦਾ, ਅਸੀਂ ਕਿਤੇ ਹੁੰਦੀ ਸੁਰਤ ਸਾਡੀ ਛੇ। ਔਰ ਦੁਨੀਆ 'ਚ ਸਭ ਤੋਂ ਜ਼ਿਆਦਾ ਸਪੀਡ ਰਿਸ਼ੀ ਮੁਨੀਆਂ ਨਾਲ ਵੀ, ਦੁਨੀਆ ਰੌਕਟ ਦੀ ਨਹੀਂ ਹੈ ਜਿਹੜੇ ਚੰਦਰਮਾ ਤੱਕ ਪਹੁੰਚਦੀ ਹੈ, ਸਭ ਤੋਂ ਸਪੀਡ ਸੁਰਤ ਦੀ ਹੈ। ਸੁਰਤ ਦੇ ਨਾਲ ਹੀ ਬਾਣੀ 'ਚ ਸਾਡੇ 'ਚ ਲਿਖਿਆ, ਸੁਰਤੀ ਕੇ ਮਾਰਗ ਚੱਲ ਕੇ, ਬਾਬਾ ਨਾਨਕ ਕਹਿੰਦਾ ਇਹ ਅੰਦਰ ਚੜ੍ਹਨਾ ਮਨ। ਔਰ ਸੁਰਤ ਜੇ ਬਾਹਰ ਚਲੀ ਗਈ, ਤੁਹਾਡਾ ਮਨ ਬਾਹਰ ਗਏ ਆ, ਖਿਆਲ ਬਾਹਰ ਗਏ। ਸੁਰਤ ਨੂੰ ਉੱਥੇ ਜਾ ਕੇ ਘੜੀ ਜਾਂਦੀ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸਰਾਂ ਸਿੱਧਾ ਕੀ ਸੁੱਧ। ਅੱਗੇ ਫਿਰ ਬਖਸ਼ਿਸ਼ ਦਾ ਖੰਡ ਆ ਜਾਂਦਾ, ਜਿਹੜਾ ਬੰਦਾ ਜਰਨਾ ਸਿੱਖ ਜਾਂਦਾ। ਅੱਗੇ ਕਰਮ ਵਾਲਾ ਖੰਡ ਨਹੀਂ ਹੈ। ਕਰਮ ਕਾਂਡੀ ਤੇ ਸਾਰੇ ਗਿਆਨ ਖੰਡ 'ਚ ਬੈਠੇ। ਇਹ ਕਰਮ ਉਰਦੂ ਦਾ ਲਫ਼ਜ਼ ਹੈ। ਕਰਮ ਮੈਨੇ ਬਖਸ਼ਿਸ਼, ਮਿਹਰ ਦਾ ਖੰਡ ਆ, ਕਿਉਂਕਿ ਮੁਸਲਮਾਨ ਜ਼ਿਆਦਾ ਪੈਰੋਕਾਰ ਔਰ ਬਾਬੇ ਨੂੰ ਸਮਝੇ ਸੀ। ਇਸ ਕਰਕੇ ਕਰਮ ਖੰਡ ਨੂੰ ਕਦੀ ਕਰਮ ਵਾਲਾ ਖੰਡ ਨਹੀਂ ਸਮਝਣਾ। ਕਰਮ ਮੈਨੇ ਬਖਸ਼ਿਸ਼, ਮਿਹਰ, ਉਰਦੂ ਦਾ ਲਫ਼ਜ਼ ਹੈ ਕਰਮ। ਇਸ ਕਰਕੇ ਉੱਤੇ ਜਿਨ੍ਹਾਂ 'ਤੇ ਮਿਹਰ ਹੋ ਜਾਂਦੀ, ਉਹ ਛੋਟਾ ਖੰਡ ਲੰਘ ਜਾਂਦੇ। ਉਹ ਫਿਰ ਕਰਮ ਖੰਡ ਕੀ ਬਾਣੀ ਜ਼ੋਰ ਵਾਲੀ ਨਹੀਂ ਹੈ, ਉਹ ਜ਼ੋਰ ਮੈਨੇ ਜੁੜਨ ਵਾਲੀ ਹੈ। ਜੋ ਹੋਰ ਦਾਤਾਂ ਕਰਦਾ ਉਸ ਕਰਮ ਖੰਡ 'ਚ ਜਾ ਕੇ ਬਖਸ਼ਿਸ਼ ਦੇ ਮਿਹਰ ਦੇ ਵਿੱਚ, ਉੱਥੇ ਹੀ ਸਾਰੇ ਤਿੱਥੇ ਭਗਤ ਵਸੀ ਕਰ ਲੋਏ, ਕਰੇ ਆਨੰਦ ਸਚਾ ਮਨੇ ਸੋਏ। ਸੋ ਅਗਲਾ ਜਿਹੜਾ ਸੱਚਖੰਡ ਨਹੀਂ ਹੈ, ਅਗਲਾ ਖੰਡੇ ਹੈ। ਬਾਕੀ ਸਾਰੇ ਖੰਡ ਹੋਣਗੇ, ਅਗਲਾ ਖੰਡੇ ਹੈ। ਕੀ ਆ, ਰੱਬ ਹਿਰਦੇ 'ਚ ਹੀ ਆ ਜਾਂਦਾ। ਖੰਡ ਸਾਡਾ ਹਿਰਦਾ ਹੈ। ਕਿਉਂਕਿ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮਹੱਲਾ ਪੰਜਵਾਂ, ਜੇ ਠਾਕੁਰ ਕੋ ਸੁਣਤ ਆਗਾਧ ਬੋਧ ਸੋ ਹਿਰਦੇ ਗੁਰੇਦੈ। ਮੇਰੇ ਹਿਰਦੇ 'ਚ ਹੀ ਆ ਗਿਆ ਤਾਂ ਰੱਬ ਹਮੇਸ਼ਾ ਅੰਦਰ ਆਉਣਾ ਸਾਡੇ। ਇਹ ਜਿਹੜੀ ਕਰਮ ਖੰਡ ਹੈ, ਬਖਸ਼ਿਸ਼ ਦਾ ਖੰਡ ਹੈ। ਇੱਥੇ ਭਗਤ ਜਾਣੀ ਹੈ, ਔਰ ਇਸ ਖੰਡ 'ਚ ਮਾਇਆ ਨਹੀਂ ਜਾ ਸਕਦੀ। ਔਰ ਇਹੋ ਹੀ ਖੰਡ ਕਰਮ ਖੰਡ ਹੀ ਸਤਿਗੁਰੂ ਦਾ ਹੈੱਡਕੁਆਰਟਰ ਹੈ, ਜਿਹੜਾ ਅੰਦਰ ਆਉਣਾ। ਤਾਂ ਕਰਮ ਖੰਡ ਕੀ ਬਾਣੀ ਜੁੜਨ ਵਾਲੀ ਹੈ। ਜੋ ਸਾਨੂੰ ਕਈ ਇਹ ਪਹਿਲਾਂ ਬੜੀਆਂ ਇੰਟਰਸਟਿੰਗ ਆਉਂਦੀਆਂ ਜੋ ਕਰਮ ਖੰਡ ਦੇ ਕਦੋਂ ਦੇ ਭਗਤ ਹੈ, ਜਿਉਂਦਾ ਰੱਬ ਬਣਿਆ। ਉਹ ਇਹਨਾਂ ਨਾਮ ਸਾਥੋਂ ਦੇ ਘੰਟਾ ਕੁ ਵੀ ਨਹੀਂ ਜਪ ਹੁੰਦਾ, ਅੱਧਾ ਘੰਟਾ 10 ਮਿੰਟ ਵੀ ਨਹੀਂ। ਉਹ ਬੋਰ ਨਹੀਂ ਹੋ ਜਾਂਦੇ ਉੱਥੇ ਨਾਮ ਜਪ ਕੇ। ਅਸੀਂ ਕਿਹਾ ਉਹ ਬੋਰ ਨਹੀਂ ਹੈ, ਉਹ ਜੁੜਨ ਵਾਲੀ ਬਾਣੀ ਹੈ ਉਹਨਾਂ ਨੂੰ। ਹੋਰ ਸਾਹਿਬ ਮੇਰਾ ਦੇਖ ਕੈਸੇ ਤੱਕ ਹੈ ਉਸ ਖੰਡ ਦੇ ਵਾਸੀਆਂ ਦੀ। ਸਾਹਿਬ ਮੇਰਾ ਨਿਤ ਨਵਾਂ ਗੁਰ ਕਿਰਪਾ ਤੇ ਨਿਤ ਛਾਵਾਂ। ਹੋਰ ਤੂੰ ਹੋਰ ਗਾਂ ਸਵਾਦ ਤੇ ਚੜਾਈਆਂ। ਔਰ ਉੱਥੇ ਭਗਤਾਂ ਦਾ ਖੰਡ ਹੈ। ਉੱਥੇ ਨਾ ਮਾਇਆ ਜਾ ਸਕਦੀ, ਨਾ ਪੰਜ ਜਾ ਸਕਦੇ। ਕਾਮ ਕਰੋ, ਉਹ ਪਤਾ ਨਹੀਂ ਕੀ ਆ। ਅਸੀਂ ਤੇ ਪੜ੍ਹ ਕੇ ਸਵਾਦ ਲੈ ਜਾਂਦੇ ਹਾਂ, ਪਰ ਗੋਲ ਸਾਡਾ ਉਹ ਹੈ। ਉੱਥੋਂ ਬਾਅਦ ਫਿਰ ਰੱਬ ਹਿਰਦੇ 'ਚ ਹੀ ਆ ਜਾਂਦਾ। ਤੋ ਕਰਮ ਖੰਡੇ ਸੱਚ ਖੰਡੇ ਵਸੇ ਨਿਰੰਕਾਰ। ਔਰ ਜੀ ਹਰ ਇੱਕ ਨੂੰ ਸੱਚਖੰਡ ਵਾਸਤੇ ਜੀ ਫਲਾਂ ਸਾਰੇ। ਇਹ ਨਹੀਂ ਹੈ ਇਹ ਭਾਈ, ਇਹ ਬਹੁਤ ਅੱਛਾ ਗਿਆਨ ਹੈ। ਇਹ ਬਹੁਤ ਅਖੀਰ 'ਤੇ ਜਾ ਕੇ ਹਿਰਦੇ 'ਚ ਰੱਬ ਆ ਜਾਣਾ ਸਾਰੇ ਦਾ ਸਾਰਾ। ਤੋ ਉਹਦੇ ਲਈ ਲਿਖੇ ਜੀ, ਜਿਸ ਠਾਕਰ ਕੋ ਸੁਣਤ ਅਗਾਧ ਬੋਧ ਸੋ ਹਿਰਦੇ ਗੁਰੇ ਦਇਆ। ਔਰ ਗੁਰੂ ਅਰਜਨ ਪਾਤਸ਼ਾਹ ਦੀ ਆਪਣੀ ਹਾਲਤ ਸੀ, ਲੇਕਿਨ ਲੁਕੋ ਗਏ। ਉਹ ਕਹਿੰਦੇ ਦੇਖੋ ਅਚਰਜ ਪਿਆ, ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਪਿਆ। ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਾਇਆ। ਪੰਜ ਅੱਗੇ ਫਿੱਕੇ ਫਿਰਦੇ ਅਭਿਆਸੀ ਦੇ, ਸਾਨੂੰ ਜਸਮ ਚੁਣਾ ਕੱਢ, ਅਸੀਂ ਤੇਰੇ ਕੰਮ ਆਵਾਂਗੇ। ਔਰ ਪਹਿਲਾਂ ਬੜੇ ਭਿਆਨਕ ਸੀ, ਇਸ ਕਰਕੇ ਉਹ ਪੰਜ ਦੂਤ ਨਹੀਂ ਉੱਥੇ ਜਾ ਸਕਦੇ, ਮਾਇਆ ਨਹੀਂ ਜਾ ਸਕਦੀ, ਕੋਈ ਦੇਵਤਾ ਨਹੀਂ ਜਾ ਸਕਦਾ।
ਇਹ ਸਭ ਬਾਕੀ ਜਿੰਨੇ ਹੈ ਇਹ ਸਾਰੇ ਲੋਅਰ ਖੰਡਾਂ ਦੇ ਵਿੱਚ ਸਾਰੇ ਫਿਰਦੇ ਨੇ, ਲੇਕਿਨ ਸੱਚ ਖੰਡੇ ਵਸੇ ਨਿਰੰਕਾਰ, ਕਰ ਕਰ ਵੇਖੇ ਨਦ ਨਿਹਾਲ, ਤਿੱਥੈ ਭਗਤ ਵਸੇ। ਦੇਖੋ ਕੈਸੀ ਸਰਟੀਫਿਕੇਟ ਹੈ ਭਗਤਾਂ ਨੂੰ, ਤਿੱਥੇ ਭਗਤ ਵਸੇ। ਕਿ ਕਹਿ ਲੋਏ ਨਹੀਂ ਹੈ, ਕੇ ਲੋਏ ਹੈ, ਲੋਆਂ ਪੂਰੀਆਂ ਭਰੀਆਂ ਪਈਆਂ। ਜਦੋਂ ਦਾ ਰੱਬ ਹੈ ਸਾਰੇ ਯੁੱਗ ਚੱਲਦੇ ਆ, ਜਦੋਂ ਦਾ ਰੱਬ ਹੈ ਉਹਦੇ ਭਗਤ ਉੱਥੇ ਚਲੇ ਜਾਂਦੇ ਆ। ਉਹ ਐਸਾ ਵੇਅਰ ਹਾਊਸ ਬਣਾਏ ਆ ਅਕਾਲ ਪੁਰਖ ਨੇ, ਸਭ ਉੱਥੇ ਜਾ ਕੇ ਐਨ ਭਗਤ ਟਿਕਦੇ। ਉੱਥੋਂ ਫਿਰ ਹੁਕਮ ਦੇ ਵਿੱਚ ਹੀ ਦੁਨੀਆ ਚ ਆਉਂਦੇ, ਉਹ ਘੱਲਦਾ ਤੇ ਆਉਂਦੇ ਆ, ਫਿਰ ਸੱਦੇ ਉੱਠ ਜਾਏ ਆਪਣੇ। ਲੇਕਿਨ ਉਹ ਜੀਵਨ ਮੁਕਤ ਹੁੰਦੇ ਆ, ਉਸ ਤੇ ਆਉਣਾ ਅਗਲੀ ਭਗਤ ਵੀ ਉਹ ਹੈ ਵੀ ਜੀਵਨ ਮੁਕਤੇ ਸੋ ਆਖੀਐ, ਮਰੇ ਜੀਵੈ ਮਰੀਆ, ਮਰੇ ਜੀਵੈ ਇਹ ਮਰੀਆ। ਇਹ ਨਹੀਂ ਵੀ ਅਸੀਂ ਜੀਂਦਿਆਂ ਨਾਲ ਹੀ ਮਰ ਜਾਣਾ ਦਾ, ਜੀਵੇ ਉਹ ਜੀਂਦਾ ਰਹਿੰਦਾ ਵਾ ਬੰਦਾ, ਪਰ ਉਹਦੇ ਜਿਹੜੇ 9 ਕਰਮ ਇੰਦਰੀ ਹੈ ਨਾ, ਅਸੀਂ ਹੁਣੇ ਖੋਲ੍ਹਣਾ ਵੀ ਜੀਵਨ ਮੁਕਤ ਕੀ ਆ, ਜੀਂਦੇ ਮਰਨਾ ਕੀ ਹੈ। ਇਹ ਧੰਨ ਗੁਰੂ ਅੰਗਦ ਸਾਹਿਬ ਮਹੱਲਾ ਦੂਜਾ ਖੋਲ੍ਹਦਾ ਇਹਨੂੰ, ਜਿਹੜਾ ਬਾਬੇ ਨਾਨਕ ਦਾ ਪਹਿਲਾ ਚੇਲਾ ਸੀ। ਐਸਾ ਚੰਡਿਆ ਸੀ ਜਦੋਂ ਉਹ ਗੱਦੀ ਤੇ ਬੈਠਾ, ਕਿਉਂਕਿ ਉਹ ਬਾਬੇ ਨਾਨਕ ਦੀਆਂ ਪੋਥੀ ਸਾਂਭਦਾ ਸੀ, ਸਾਰੀ ਪੋਥੀ ਲੈ ਗਿਆ। ਔਰ ਉਹਦੇ ਨਾਲ ਉਹਦੀ ਵਾਈਫ ਹੈ, ਗ੍ਰਸਤੀ ਨੂੰ ਗੱਦੀ ਗਈ ਹੈ ਗਾਂ। ਗੁਰੂ ਅੰਗਦ ਸਾਹਿਬ ਮਹੱਲੇ ਦੂਜੇ ਦਾ ਅਸੀਂ ਸਲੋਕ ਲਾਂਗੇ ਤਾਂ ਇਹ ਜੀਵਨ ਮੁਕਤ ਸਾਫ਼ ਹੋਣਾ ਵੀ ਜੀਂਦੇ ਮਰਨਾ ਕੀ ਹੈ। ਆਏ ਅਖੀਰਲਾ ਗੋਲ ਹੈ ਸਾਡਾ, ਔਰ ਉੱਥੋਂ ਬਾਅਦ ਉਹਦੇ ਉਸੇ ਜੀਵਨ ਮੁਕਤ ਨੂੰ ਹੀ ਅੰਦਰ ਸਤਿਗੁਰ ਮਿਲ ਜਾਂਦਾ ਜੀਂਦੇ ਜੀ। ਇਸ ਕਰਕੇ ਅਸੀਂ ਜੀਂਦੇ ਜੀ ਜੀਵਨ ਜੀਂਦਿਆਂ ਮਰ ਰਹੀਏ, ਕਿੱਦਾਂ ਅਸੀਂ ਮਰਨਾ ਹੈ ਅਸੀਂ ਉਹ ਹੁਣ ਲੈਣ ਲੱਗੇ। ਪਹਿਲਾਂ ਤੁਕ ਪੜ੍ਹ ਲਈਏ, ਜੀਵਨ ਮੁਕਤੇ ਸੋ ਆਖੀਐ, ਮਰੇ ਜੀਵੈ ਮਰੀਆ, ਮਰੇ ਜੀਵੈ ਮਰੀਆ। ਉਸ ਬੰਦੇ ਉਸ ਅਭਿਆਸੀ ਦੇ ਅੰਦਰ ਫਿਰ ਆ ਨਾਨਕ ਸਤਿਗੁਰ ਆ ਜਾਂਦਾ ਹੈ। ਸਤੇ ਗੁਰ ਜਨ ਨਾਨਕ, ਸਤੇ ਗੁਰ ਮੇਲੇ, ਹਰ ਜਗ ਦੋਤਰ ਤਰੀਆ, ਜਗ ਦੋਤਰ। ਸਾਰੀ ਬਾਣੀ ਦਾ ਥੰਮ ਰੂਲਾ ਅੰਦਰ ਪਹਿਲਾਂ ਅਭਿਆਸੀ ਦੇ ਸਤਿਗੁਰ ਆਏਗਾ, ਫਿਰ ਉਹ ਜਾ ਕੇ ਹਰ ਨੂੰ ਮਿਲੇਗਾ, ਫਿਰ ਇਹ ਮਾਇਆ ਦਾ ਭਵਜਲ ਤਰਿਆ ਜਾਣਾ। ਜਗ ਦੁੱਤਰ ਕਹਿੰਦੇ ਆ ਦੁਬਦਾ ਦਾ ਸਮੁੰਦਰ, ਆਪ ਜਿਹੜਾ ਮਾਇਆ ਦਾ ਸਮੁੰਦਰ ਐਡਾ ਵੱਡਾ, ਉਹ ਜੱਗ ਤੋਂ ਤਰਿਆ ਜਾਂਦਾ ਹੈ। ਜੀਂਦੇ ਜੀ ਮਰਨ ਤੋਂ ਬਾਅਦ ਨਹੀਂ ਅਸੀਂ ਮੁਕਤੀ ਲੈਣੀ, ਕਿਉਂਕਿ ਭਗਤਾਂ ਦੀ ਸ਼ਬਦ ਆਉਂਦੇ ਹੈ ਵੀ ਜੀਵਨ ਮੁਕਤ ਕਿਹਨੂੰ ਕਹਿੰਦੇ ਆ। ਸਾਧਨਾ ਭਗਤੀ ਜਿਹੜਾ ਕਸਾਈ ਦੇਖੋ ਕਿਹੜੀ ਕਿਹੜੀ ਭਗਤ ਸਾਡੀ ਬਾਣੀ 'ਚ ਹੈ। ਉਹ ਕਹਿੰਦਾ ਮੈਂ ਜੀਂਦੇ ਜੀ ਮੁਕਤੀ ਲੈਣੀ ਹੈ ਤੇ ਅਕਾਲ ਪੁਰਖ ਕੋਲੋਂ। ਦੇਖੋ ਭਗਤਾਂ ਨਾਲ ਰੱਬ ਦੇ ਨਾਲ ਚੋਲ ਮੋਲ। ਕਹਿੰਦਾ ਜਦੋਂ ਮੈਂ ਡੋਬੀ ਗਿਆ, ਦਰਿਆ ਦੇ ਵਿੱਚ ਡੋਬੀ ਗਿਆ, ਔਰ ਮੇਰੀ ਬੰਦਾ ਫੁੱਲ ਕੇ ਨਾ ਜਦੋਂ ਫਣ ਕੇ ਜਦੋਂ ਮਰ ਜਾਂਦਾ ਨਾ ਬੰਦਾ ਫੁੱਲ ਕੇ ਤਾਂ ਆ ਜਾਂਦਾ। ਕਹਿੰਦਾ ਤੂੰ ਉਦੋਂ ਆਏਗਾ ਜਦੋਂ ਮੇਰੀ ਫੁੱਲ ਕੇ ਲਾਸ਼ ਬਾਹਰ ਆ ਜਾਊਗੀ, ਔਰ ਫਿਰ ਮੇਰੀ ਲਾਸ਼ ਦੇ ਲਿਆ ਕੇ ਤੂੰ ਬੇੜੀ ਲਿਆ ਕੇ ਖੜੇ ਕਰ ਲੈਂਦਾ ਜੀ ਤੈਨੂੰ ਬੇੜੀ। ਕਹਿੰਦਾ ਮੈਂ ਬੇੜੀ ਨੂੰ ਫੂਕਣਾ। ਦੇਖੋ ਮੈਨੂੰ ਤੇ ਜੀਂਦੇ ਜੀ ਮੁਕਤ ਚਾਹੀਦੀ ਹੈ, ਜਦ ਮੈਂ ਮਾਰੀ ਗਿਆ ਤੂੰ ਬੇੜੀ ਲਿਆ ਦਵੇਂ। ਉਹ ਸ਼ਬਦ ਪੜ੍ਹੋ ਜਾ ਕੇ, ਕਮਾਲ ਦਾ ਹੈ। ਇਸ ਕਰਕੇ ਆ ਜੀਵਨ ਮੁਕਤ ਸਾਨੂੰ ਸਹਿਜੇ ਹੀ ਬਾਣੀ 'ਚ ਦੱਸੇਗਾ ਵੀ ਜੀਵਨ ਮੁਕਤ ਕੀ ਹੁੰਦਾ ਹੈ। ਜੀਵਨ ਮੁਕਤ ਇਹ ਨਹੀਂ ਜਿਹੜੇ ਆਪਣੇ ਆਪ ਨੂੰ ਮਾਂ ਫਲਾਂ ਜੀ ਪਹੁੰਚੇ ਫਲਾਂ, ਉਹ ਪਹੁੰਚੇ ਵਾਲਿਆਂ ਦੇ ਪੋਲ ਤੁਸੀਂ ਚੰਗੀ ਤਰ੍ਹਾਂ ਅਖਬਾਰਾਂ 'ਚ ਪੜ੍ਹ ਰਹੇ ਹੋ ਅੱਜ ਕੱਲ੍ਹ। ਲੇਕਿਨ ਇਹ ਜੀਵਨ ਮੁਕਤ ਹੈ 9 ਕਰਮ ਇੰਦਰੇ ਵਸ ਕਰਨੇ। ਐਸਾ ਕੀਮਤੀ ਗਿਆਨ ਹੈ ਗੁਰੂ ਅੰਗਦ ਸਾਹਿਬ ਦਾ, ਜਿਹੜਾ ਉਹਨਾਂ ਨੇ ਇੱਕ ਸਲੋਕ 'ਚ ਦਿੱਤਾ ਹੈ। ਉਹ 'ਚ ਦੱਸਿਆ ਜੀਵਨ ਮੁਕਤ ਕੀ ਕਮਾਨਾ। ਜੀਵਨ ਮੁਕਤ ਆਪਣੇ 9 ਕਰਮ ਇੰਦਰੀ ਵਸ ਕਰ ਲੈਣੇ। ਕਰਮ ਇੰਦਰੀਆ ਜਿਹਦੇ ਨਾਲ ਅਸੀਂ ਚੰਗਾ ਭੈੜਾ ਕੰਮ ਕਰਦੇ ਇੰਦਰੀਆਂ ਦੇ ਨਾਲ। ਉਹ ਇੰਦਰੀਆ ਸੈਂਸਿਸ, ਜਿੱਦਾਂ ਅੱਜ ਕੱਲ੍ਹ ਇਲੈਕਟ੍ਰੋਨਿਕ ਦੇ ਵਿੱਚ ਬੜੇ ਹਨ ਵੀ ਆਹ ਸੈਂਸਰ ਹੈ, ਉਹ ਸਾਨੂੰ ਅੰਦਰ ਐਸੇ ਡੈਲੀਕੇਟ ਉਹ ਔਰਗਨ ਨੇ ਜਿਹੜਾ ਕਿ ਬੰਦਾ ਸਮਝਦਾ ਨਹੀਂ ਹੈ, ਔਰ ਉੱਥੋਂ ਸਭ ਬੁਰਾਈਆਂ ਕਰ ਜਾਂਦੀਆਂ। ਆਹ ਦੇਖੋ ਹੁਣ ਕਿਹੜੇ ਕਰਮ ਇੰਦਰੀ ਹੈ।
ਪਹਿਲਾਂ ਤੇ ਸਭ ਤੋਂ ਗੁਰੂ ਅੰਗਦ ਸਾਹਿਬ ਨੇ 2 ਅੱਖਾਂ ਰੱਖੀਆਂ। ਉਹ ਕਹਿੰਦੇ ਅੱਖੀਂ ਬਾਝੋਂ ਦੇਖਣਾ। ਅੱਖੀ ਬਾਝੋਂ ਦੇਖਣਾ ਨਹੀਂ ਵੀ ਅਸੀਂ ਸਦਾ ਅੱਖੀ ਬੰਦ ਰੱਖਣੀ ਤੇ ਗਾਂਹ ਟੋਇਆਂ 'ਚ ਪੈਂਦੇ ਫਿਰਨਾ। ਅੱਖੀ ਨਹੀਂ, ਅੱਖੀ ਬਾਝੋਂ ਦੇਖਣਾ ਕੀ ਹੈ ਅਸੀਂ ਫੇਰ ਖੋਲਾਂਗੇ। ਪਹਿਲਾਂ ਸ਼ਲੋਕ ਅਸੀਂ ਸਾਰਾ ਸਮਝ ਲਏ। ਅੱਖੀ ਬਾਝੋਂ ਦੇਖਣਾ, ਅੱਖਾਂ 2 ਹੈ। ਕੰਨਾਂ ਬਾਝੋਂ, ਅੱਖੀ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ। ਯਾਰ ਕੰਨ ਨਾ ਹੁਣ ਮਤਲਬ ਅਸੀਂ ਬੁੱਚੇ ਬਣ ਜਾਣਾ ਵੀ ਬੰਦੇ ਤੇ ਕੰਨ ਨਾ ਹੁਣ ਉਹਨੂੰ ਬੁੱਚਾ ਕਹਿੰਦੇ। ਬਗੈਰ ਕੰਨਾਂ ਤੋਂ ਸੁਣਨਾ ਕੀ ਹੋਇਆ, ਬਗੈਰ ਅੱਖਾਂ ਤੋਂ ਦੇਖਣਾ ਕੀ ਹੋਇਆ। ਦੇਖ, ਅੱਖੀ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ। ਬਾਕੀ 4 ਇੰਦਰੇ ਕਿਹੜੇ ਆ? ਇਹ ਅੰਦਰੋਂ ਹੁਕਮ ਆਉਂਦਾ, ਫੱਟ ਪੈਰ ਭੱਜ ਪੈਂਦੇ ਬੁਰੇ ਕੰਮ। ਇਹਨਾਂ ਨੂੰ ਰੋਕੋ, ਨਹੀਂ ਮੈਂ ਤੁਹਾਨੂੰ ਜਾਣ ਦੇਣਾ ਬੁਰੇ ਕੰਮ ਲਈ। ਪਰ ਹੱਥੀਂ ਪੈਰਾਂ ਬਾਝੋਂ ਚੱਲਣਾ, ਬਿਨ ਹੱਥੀਂ ਕਰਨਾ। ਹੱਥ ਰੋਕੋ ਜੇ ਮੰਦੇ ਕੰਮ ਨੂੰ ਜਾਂਦੇ ਆ। ਮੈਂ ਖੁੱਲੀ ਜੀ ਜ਼ੁਬਾਨ 'ਚ ਕਹਾਂਗਾ ਸਾਰੇ ਚੀਜ਼ ਇਹੋ ਪੁਆੜੇ ਆ ਸਾਰੇ। ਸਾਡੀਆਂ ਜਿਹੜੀਆਂ ਉਂਗਲਾਂ ਹੈ ਨਾ, ਇਹਨਾਂ ਦੇ ਪੋਟਿਆਂ 'ਚ ਲੈਕਟੀਲਸ ਹੁੰਦੇ ਆ। ਇਹ ਹੋਰ ਕੁਛ ਨਹੀਂ ਕਰਦਾ ਤੇ ਬਸ ਇਹ ਪੋਟੇ ਹੀ ਲਾ ਕੇ ਸਵਾਦ ਲੈਂਦਾ ਰਹਿੰਦਾ। ਇਹ ਹੱਥਾਂ ਨੂੰ ਰੋਕੋ। ਇਹ ਹੱਥ ਨਾ ਭੈੜੇ ਕੰਮ 'ਚ ਜਾਣ, ਬੁਰੇ ਕੰਮ ਨੂੰ ਲੈ ਜਾਣ। ਇਸ ਕਰਕੇ ਅੱਖਾਂ ਕੀ ਹੈ? ਅੱਖਾਂ ਭੈੜਾ ਦ੍ਰਿਸ਼ਟ ਨਾ ਦੇਖਣ। ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਜੀਵ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਵਾਦ। ਗੁਰੂ ਅਰਜਨ ਪਾਤਸ਼ਾਹ ਕਹਿ ਰਿਹਾ, ਇਸ ਗ੍ਰਹਿ ਮੇਂ ਕੋਈ ਜਾਗਤ ਰਹਾ, ਸਾਬਤ ਵਸਤੂ ਆਪਣੀ ਲਹੈ। ਅੱਖਾਂ ਸੌ ਜਾਂਦੀਆਂ ਭੈੜੇ ਦ੍ਰਿਸ਼ਟ ਦੇਖ ਕੇ। ਐਸੀਆਂ ਗਿੱਜੀਆਂ ਕਲਟੀਵੇਟਰ ਤੇ ਲੱਖ ਲੋਕੋਂ ਅੱਖਾਂ ਫੱਟ ਖੁੱਲ੍ਹ ਪੈਣੀਆਂ ਉਸ ਬੁਰੇ ਦ੍ਰਿਸ਼ਟ ਲਈ। ਇਸ ਕਰਕੇ ਅੱਖੀ ਬਾਝੋਂ ਕੀ ਦੇਖਣਾ ਵੀ ਇਹ ਚੀਜ਼ਾਂ ਦੇਖੋ ਹੀ ਨਾ। ਦੇਖਣ ਦਾ ਮਤਲਬ ਇਹ ਨਹੀਂ ਹੈ ਵੀ ਜੂੰ ਪਰ ਨਾਮ ਦੀ ਕਮਾਈ ਹੋਗੀ। ਤੁਸੀਂ ਦੇਖਣਾ ਕੀ ਹੈ? ਦੇਖਣਾ ਤੇ ਅਸੀਂ ਹੈ, ਪਰ ਜੇ ਤੁਸੀਂ ਨੌਜਵਾਨ ਬੀਬੀ ਨੂੰ ਕੋਈ ਦੇਖਦੇ ਹੋ ਤਾਂ ਆਪਣੀ ਭੈਣ ਸਮਝੋ। ਜੇ ਆਪਣੀ ਤੋਂ ਵੱਡੀ ਉਮਰ ਨੂੰ ਦੇਖਦੇ ਹੋ ਤਾਂ ਉਹਨੂੰ ਮਾਂ ਸਮਝੋ। ਜੇ ਤੁਸੀਂ ਛੋਟੀ ਬੀਬੀ ਨੂੰ ਦੇਖਦੇ ਹੋ ਇਹਨਾਂ ਅੱਖਾਂ ਨਾਲ ਤਾਂ ਆਪਣੀ ਪੁੱਤਰੀ ਸਮਝੋ। ਤੋ ਇਹ ਅੱਖੀ ਬਾਝੋਂ ਦੇਖਣਾ, ਭੈੜੇ ਦ੍ਰਿਸ਼, ਭੈੜੀ ਸੈਂਸ ਉੱਠਦੀ ਨਹੀਂ ਫਿਰ। ਅੱਖਾਂ ਸਾਰੀਆਂ ਬਾਕੀ ਸਾਰੀਆਂ ਮਾਵਾਂ ਧੀਆਂ ਤੇ ਭੈਣਾਂ ਜਾਣ। ਇਸ ਕਰਕੇ ਜਿਹੜੀਆਂ ਇਹ ਅੱਖਾਂ ਨੂੰ ਰੋਕਣਾ ਸਭ ਤੇ ਟੌਪ ਤੇ ਗੁਰੂ ਅੰਗਦ ਸਾਹਿਬ ਨੇ ਲਿਖਿਆ ਵੀ ਅੱਖੀ ਬਾਝੋਂ ਦੇਖਣਾ। ਇਹ ਹੈ ਵੀ ਅੱਖ ਭੈੜਾ ਦ੍ਰਿਸ਼ ਨਾ ਦੇਖਣ। ਜਿਉਂ ਤੁਸੀਂ ਇਹਨਾਂ 'ਤੇ ਕੰਟਰੋਲ ਕਰੋਗੇ ਹਟ ਜਾਣਗੀਆਂ ਸਭ ਕੁਝ। ਲੇਕਿਨ ਦੁਨੀਆ 'ਚ ਰਹਿੰਦੇ ਹੋਏ ਅੱਖਾਂ ਖੋਲ੍ਹਣੀਆਂ ਵੀ ਹੈ, ਸਾਰੇ ਕਰਮ ਇੰਦਰੀਆਂ ਨੇ ਕੰਮ ਕਰਨੇ ਵੀ ਆ, ਪਰ ਇਹ 'ਤੇ ਕੰਟਰੋਲ ਸਾਡਾ ਹੋਵੇ। ਭੈੜੀ ਦ੍ਰਿਸ਼ਟ ਨਾਲ ਨਹੀਂ ਦੇਖਣਾ ਕਿਸੇ ਨੂੰ। ਨੈਣ ਸੋਏ ਪਰ ਦ੍ਰਿਸ਼ਟ ਵਿਕਾਰ। ਜਿਹੜੇ ਕੰਨ ਹੈ ਇਹ ਸੌ ਜਾਂਦੇ ਹੈ। ਸਾਡੀ ਆਦਤ ਹੈ ਜਿੱਥੇ ਕੰਨ ਨਿੰਦਿਆ ਚੁਗਲੀ ਹੋਵੇ ਉੱਥੇ ਦੌੜ ਕੇ ਕੰਨ ਡਾਉਣ ਜਾ ਕੇ, ਯਾਰ ਕੀ ਗੱਲ ਕਰ ਰਹੇ ਹੋ, ਮੈਨੂੰ ਵੀ ਦੱਸੋ ਸਾਰਾ। ਉਹ ਫਿਰ ਨਿੰਦਿਆ ਚੁਗਲੀ ਕੰਨ ਸੁੱਤੇ ਹੁੰਦੇ ਗਿੱਝ ਜਾਂਦੇ। ਅਤੇ ਜੇ ਕੰਨ ਪਤਾ ਲੱਗ ਜਾਏ ਵੀ ਬਾਣੀ 'ਚ ਸੱਚ ਚੀਜ਼ ਮਨਾ, ਉਹ ਫਿਰ ਇਹਨਾਂ ਚੀਜ਼ਾਂ ਤੋਂ ਹਟਣਾ ਸ਼ੁਰੂ। ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਤੇ ਰਸਨਾ ਸੋਈ ਲੋਭ ਮਠਿਆਈ ਦੇ ਸਵਾਦ। ਹਾਈ ਨਹੀਂ ਪਲੇਟ ਮੋਰੇ ਮਠਿਆਈ ਦੀ ਲੱਡੂ ਦੀ ਸਾਰੀ ਜੀਭ ਰੁਕ ਨਹੀਂ ਸਕਣੀ। ਇਸ ਕਰਕੇ ਸੌਂ ਜਾਂਦੀ ਹੈ ਜੀਭ। ਐਸਾ ਵੱਡਾ ਇੰਦਰਾ, ਪੁਆੜੇ ਦੀ ਜਾੜੇ ਇੰਦਰਾ। ਇਹਦੇ ਤੇ ਗੁਰੂ ਅੰਗਦ ਸਾਹਿਬ ਨਾਉਣਾ। ਉਹ ਕਹਿੰਦੇ ਅੱਖੀਂ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ। ਪੈਰਾਂ ਬਾਝੋਂ ਚੱਲਣਾ, ਬਿਨ ਹੱਥੀਂ ਕਰਨਾ। ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤੌ ਖਸਮੇ ਮਿਲਣਾ। ਫਿਰ ਰੱਬ ਦੇਖਦਾ। ਪਹਿਲਾਂ ਇਹਨਾਂ 9 ਕਰਮ ਇੰਦਰੀਆਂ 'ਤੇ ਕੰਟਰੋਲ ਕਰ ਦੋ। ਅੱਖਾਂ, 2 ਕੰਨ, 4 ਔਰ 4 ਹੱਥ ਪੈਰ, 8 ਸੌਖੇ ਸਮਝਣੇ। ਜੇ ਅਸੀਂ ਬਾਣੀ ਦੇ ਹੁਣ ਇਹਦਾ ਕਿੰਨਾ ਕੁ ਖੰਡ ਪਾਠ ਹੋ ਰਿਹਾ, ਕਿੰਨੀ ਕੁ ਲੋਕ ਪੜ੍ਹੀ ਜਾਂਦੇ ਸਾਰੀ ਬਾਣੀ, ਔਰ ਉਹੀ ਕੰਮ ਜ਼ਿਆਦਾ ਉਹ ਕਰਦੇ ਕਿਉਂਕਿ ਉਹ ਡਰ ਨਹੀਂ ਸਕਦੇ ਕਿ ਬਾਣੀ ਤਾਂ ਸਮਝਣ ਦਾ ਹੁਕਮ ਨਹੀਂ। ਉਹ ਕਹਿੰਦੇ ਜੀ ਬਾਣੀ ਅਥਾ, ਇਹਨੂੰ ਕੌਣ ਸਮਝ ਸਕਦਾ, ਇਹਨੂੰ ਸਮਝਣ ਦੀ ਲੋੜ ਨਹੀਂ ਹੈ। ਇਹਦੇ 'ਚ ਬਾਣੀ ਬੜੀ ਅਥਾਹ, ਉਹ ਬਾਣੀ ਅਥਾਹ ਵਾ। ਤੁਸੀਂ ਬਾਣੀ ਅਸੀਂ ਕੱਢੀ ਆ ਰਹੇ ਹਾਂ, ਬਾਣੀ ਗੁਰਮੰਤਰ ਵਾਲਿਆ ਜ਼ਿਆਦਾ। ਤੁਸੀਂ ਇੱਦਾਂ ਆਕਾਸ਼ਬਾਣੀ ਜਲੰਧਰ ਨੂੰ ਬਾਣੀ ਬਣਾ ਲਓਗੇ।
ਕਾਸ਼ ਬਾਣੀ ਜਲੰਧਰ ਬਾਣੀ, ਔਰ ਅਸੀਂ ਪ੍ਰਮਾਣ ਦੇ ਰਹੇ ਇਹਦੇ ਵਿੱਚ ਹੀ ਆਉਣੇ ਛੱਕਿਆਂ 'ਚ ਵੀ ਬਾਣੀ ਦਾ ਮਤਲਬ ਗੁਰਮੰਤਰ ਹੈ, ਜਪਣਾ ਪਰਮੇਸ਼ਰ ਦਾ ਨਾਮ ਹੈ, ਉਹਨੂੰ ਬਾਣੀ ਕਿਹਾ। ਬਾਣੀ ਵੱਜੀ ਚੌਂ ਜੁਗੀ ਔਰ ਅੰਮ੍ਰਿਤ ਭਿੰਨੇ ਦਿਓ ਹਰੀ ਬੁਰਕੇ ਰਾਮ, ਕਿੰਨੇ ਛੱਕਿਆਂ 'ਚ ਇੱਕ ਕਲੀਅਰ ਹੋਊ ਵੀ ਆਰ ਬਾਣੀ ਦਾ ਲਫ਼ਜ਼ ਥਾਂ ਥਾਂ ਬਾਣੀ ਤੇ ਨਾ ਲਾਓ। ਜਦੋਂ ਬਾਬੇ ਨਾਨਕ ਨੇ ਥੋੜੇ ਜਿਹੇ ਸ਼ਬਦਾਂ 'ਚ ਲਾਇਆ ਵੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇਹ ਗਿਆਨ ਹੈ, ਬਾਕੀ ਅਸੀਂ ਤਰਨਾ ਪਾਰਸ ਪਰਮੇਸ਼ਰ ਦੇ ਨਾਮ ਦੀ ਕਲਾ ਨਾਲ ਤਰਨਾ। ਇਸ ਕਰਕੇ ਆ ਜੀਵਨ ਮੁਕਤ ਦਾ ਅਸੀਂ ਅਖੀਰਲਾ ਇਹ ਖੋਲ੍ਹਣਾ ਹੁਣ। ਜਿਸ ਲਾਗੀ ਪੀਰ ਪੇਰਾਮ ਕੀ ਸੋ ਜਾਣ ਜਰੀਆ, ਸੋ ਜਾਣ ਜਰੀਆ। ਜੀਵਨ ਮੁਕਤੇ ਸੋ ਮਰ ਜੀਂਦਾ ਮਰ ਜਾਏ, ਜਿਹੜਾ ਜੀਂਦਾ ਮਰਨਾ ਹੈ ਵੀ ਨਾ ਨਾਉ ਕਰਮ ਇੰਦਰੀਆ ਸਮਝੋਗੇ ਤੁਹਾਨੂੰ ਤੁਸੀਂ ਸਾਰਾ ਸਦਾ ਲਈ ਅਲਰਟ ਰਹੋਗੇ। ਭਾਈ ਇਹ ਅਸੀਂ ਕੱਖ ਨਹੀਂ, ਸਾਡਾ ਨੁਕਸਾਨ ਹੋ ਰਿਹਾ ਜਿਨ੍ਹਾਂ ਨਾਮ ਜਪਦੇ ਆ, ਇਹਨਾਂ ਕਰਮ ਇੰਦਰੀਆਂ ਦੇ ਨੌਆਂ ਦੇ ਵਾਸਾਂ ਲਈ ਅਸੀਂ। ਜੀਵਨ ਮੁਕਤੇ ਸੋ ਆਖੀਐ, ਮਰੇ ਜੀਵੈ ਮਰਿਆ, ਮਰੇ ਜੀਵੈ ਮਰਿਆ। ਉਹ ਕੀ ਹੈ? ਆਖੀ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ, ਬਿਨ ਕੰਨੀ ਸੁਣਨਾ। ਅੱਖੀ ਪੈਰਾਂ ਬਾਝੋਂ ਚੱਲਣਾ, ਬਿਨ ਹੱਥੀਂ ਕਰਨਾ, ਬਿਨ ਹੱਥੀਂ ਕਰਨਾ। ਜੀ ਜੀਬਾ ਬੜਾ ਇੰਦਰਾ ਬੜਾ ਖਤਰਨਾਕ ਹੈ। ਜੀਬੇ ਬਾਝੋਂ ਬੋਲਣਾ, ਇਉਂ ਜੀਵਤ ਮਨ। ਜੀਬੇ ਬਾਝੋਂ ਬੋਲਣਾ, ਅੱਖੀਂ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚਰਨਾ, ਬਿਨ ਹੱਥੀਂ ਕਰਨਾ। ਜੀਬੇ ਇਉਂ ਜੀਵਤ ਮਰਨਾ। ਜੀਭ ਤੇ ਵੀ ਕੰਟਰੋਲ ਹੋ ਗਿਆ। ਜੀਬੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਇਉਂ ਜੀਵਤ ਮਰਨਾ। ਇਹ ਸਾਰਾ ਕੰਮ ਕਿੱਦਾਂ ਹੈ? ਉਹ ਜਿਹੜਾ ਤੇਰਾ ਹੁਕਮ ਹੈ ਵੱਡਾ ਨਾਮ ਜਪਣ ਵਾਲਾ, ਉਹਨੂੰ ਕਮਾ। ਜੀਬੇ ਬਾਝੋਂ ਬੋਲਣਾ, ਜੀਵਤ ਨਾਨਕ ਹੁਕਮ ਪਛਾਣ ਕੈ, ਇਉਂ ਹੁਕਮ ਪਛਾਣ ਕੇ ਇਉਂ ਜੀਵਤ ਮਰਨਾ। ਜੀਬੇ ਬਾਝੋਂ ਬੋਲਣਾ, ਬਿਨ ਅੱਖੀਂ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚਲਣਾ, ਬਿਨ ਹੱਥੀਂ ਕਰਨਾ। ਜੀਬੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ, ਇਉਂ ਜੀਵਤ ਮਰਨਾ, ਇਉਂ ਜੀਵਤ ਮਰਨਾ। ਜੀਵਨ ਮੁਕਤੇ ਸੋ ਆਖੀਐ, ਮਰੇ ਜੀਵੈ ਮਰਿਆ, ਮਰੇ ਜੀਵੈ ਮਰਿਆ। ਅਖੀਰਲੀ ਦਸ਼ਾ ਆ ਗਈ, ਜੀਵਨ ਮੁਕਤ ਹੋ ਜਾਂਦਾ, ਫਿਰ ਉਹਦੇ ਅੰਦਰ ਹੀ ਸਤਿਗੁਰ ਆ ਜਾਂਦਾ ਹੈ। ਤੁਹਾਡੇ ਹੱਥਾਂ 'ਚ ਸ਼ਬਦ ਹੈ, ਸਤਿਗੁਰ ਖੁੱਲ੍ਹ ਗਿਆ, ਸਾਰੀ ਬਾਣੀ ਕੜੀਆਂ ਨੂੰ ਖੁੱਲ੍ਹ ਜਾਊ। ਸਤਿਗੁਰ ਇਨਸਾਨ ਨਹੀਂ ਹੈ, ਸਤਿਗੁਰ ਬਾਬਾ ਨਾਨਕ ਨਹੀਂ ਹੈ, ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ। ਸਤਿਗੁਰ ਬਾਬੇ ਨਾਨਕ ਔਰ ਦਸਾਂ ਜੋਤਾਂ ਦੇ ਅੰਦਰ ਆਇਆ ਸੀ। ਸਤਿਗੁਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹ ਸਾਡਾ ਗਿਆਨ ਗੁਰੂ ਹੈ, ਲੇਕਿਨ ਸਤਿਗੁਰ ਨਹੀਂ ਕੋਈ ਚੀਜ਼ ਕਲਾ ਸਕਦੀ, ਨਾ ਇਨਸਾਨ ਕੋਈ ਇਹਦੀ ਜਗ੍ਹਾ ਮਲ ਸਕਦਾ ਹੈ। ਇਸ ਕਰਕੇ ਸਤਿਗੁਰੂ ਪਾਵਰ ਹੈ ਜਿਹੜਾ ਕਿ ਐਸ
ਆ ਵੱਡੀ ਤੁਕ ਹੈ ਇਹਦੇ ਲਈ। ਸਤੇ ਗੁਰੂ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਇਹ ਸਭ ਮੈਂ ਰਹਿਆ ਸਮਾਏ। ਇਹ ਸਾਰਾ ਗਲੋਬਲ ਸਤਿਗੁਰੂ ਹੈ, ਸਾਰੀ ਮੈਨਕਾਇੰਡ ਦਾ ਸਾਂਝਾ ਸਤਿਗੁਰੂ ਹੈ। ਇਸ ਕਰਕੇ ਉਹ ਸਤਿਗੁਰੂ ਅੰਦਰ ਆਉਣਾ ਹੈ ਔਰ ਉਹਦਾ ਭੇਟਣਾ ਵੀ ਅੰਦਰ ਹੋਣਾ ਹੈ। ਔਰ ਉਹ ਸਤਿਗੁਰੂ ਇਨਸਾਨ ਨਹੀਂ ਹੈ ਔਰ ਉਹ ਜੋੜਨਹਾਰਾ ਸਰੂਪ ਹੈ। ਅਭਿਆਸੀ ਭਗਤ ਨੂੰ ਰੱਬ ਦੇ ਨਾਲ ਮਿਲਣ ਲਈ ਪਹਿਲਾਂ ਸਤਿਗੁਰੂ ਆਏਗਾ, ਫਿਰ ਮੇਲੇ ਹਰ। ਦੇਖੋ ਕੈਸਾ ਡਿਸਪਲਿਨ ਹੈ। ਪਹਿਲਾਂ ਸਤਿਗੁਰੂ ਆਇਆ, ਉਹਨੇ ਮੇਲੇ ਹਰ ਰੱਬ ਨਾਲ ਮਿਲਾਇਆ, ਫਿਰ ਮੈਂ ਜਗ ਦੁੱਤਰ ਤਰਿਆ, ਮੈਂ ਫਿਰ ਭਵਜਲ ਤਰਿਆ। ਪਹਿਲਾਂ ਸਤਿਗੁਰੂ ਅੰਦਰ ਆਏਗਾ। ਇਹਨੂੰ ਹੀ ਸਤਿਗੁਰੂ ਨੂੰ ਹੀ ਸਾਧ ਕਿਹਾ ਹੈ, ਜਿੱਥੇ ਸਿੰਗਲਰ ਹੋਵੇ। ਇਹਨੂੰ ਹੀ ਸੰਤ ਕਿਹਾ ਹੈ ਔਰ ਇਹ ਸਾਡੇ ਅੰਦਰ ਆਉਣਾ ਔਰ ਇਹਦੇ ਨੂੰ ਹੀ ਅਸੀਂ ਭੇਟਣਾ ਹੈ। ਇਸ ਕਰਕੇ ਇੱਥੇ ਆਣ ਕੇ ਦੂਸਰਾ ਛੰਦ ਖਤਮ ਹੋਇਆ। ਅਸੀਂ ਇੱਕ ਵਾਰੀ ਪਹਿਲਾ ਛੰਦ ਵੀ ਤੇ ਦੂਸਰਾ ਛੰਦ ਵੀ ਦੁਹਰਾ ਲਈਏ, ਫਿਰ ਅਸੀਂ ਅਗਲੇ ਗਿਆਨ ਤੇ ਜਾਵਾਂਗੇ। ਆਸਾ ਮਹੱਲਾ ਚੌਥਾ, ਛੰਤ ਕਰ ਚੌਥਾ। ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਮੇਰਾ ਤੰਨਾ, ਮਨ ਪ੍ਰੇਮ ਮੇਰਾ ਤੰਨਾ। ਰਾਮ ਰਾਜੇ ਨਾਲ ਕਹਿਣਾ ਔਰ ਪਹਿਲੀ ਵਾਰੀ ਰਾਮ ਰਾਜਾ ਇੱਕ ਉਤਲੀ ਪਾਲਾਂ 'ਚ ਆਏਗਾ, ਬਾਕੀ ਸਾਰੀਆਂ ਪਾਲਾਂ 'ਚ ਰਾਮ ਰਾਜਾ ਨਹੀਂ ਹੈ। ਇਹ ਇਸ ਛੰਦ ਦੀ ਚਾਲ ਹੈ। ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮੇ ਰਤਨਾ। ਰਾਮ ਰਾਜੇ ਮਨ ਰਾਮੇ ਕਸਵਟੀ ਲਾਇਆ, ਕੰਚਨ ਸੋਵਿੰਨਾ, ਕੰਚਨ ਸੋਵਿੰਨਾ। ਗੁਰਮੁਖੇ ਰੰਗੇ ਚਲੂ ਲਿਆ, ਮੇਰਾ ਮਨ ਤਨੋ ਭਿੰਨਾ, ਮੇਰਾ ਮਨ ਤਨੋ ਭਿੰਨਾ। ਜਨ ਨਾਨਕ ਮੁਸ਼ਕੇ ਚਕੋਲਿਆ, ਸਭ ਜਨਮ ਧਨ ਧੰਨਾ, ਸਭ ਜਨਮ ਧਨ ਧੰਨਾ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਜਿਸ ਲਾਗੀ ਪੀਰ ਪੇਰਮ ਕੀ, ਸੋ ਜਾਣੈ ਜਰੀਆ, ਸੋ ਜਾਣੈ ਜਰੀਆ। ਜੀਵਨ ਮੁਕਤੇ ਸੋ ਆਖੀਐ, ਮਰੇ ਜੀਵੈ ਮਰਿਆ, ਮਰੇ ਜੀਵੈ ਮਰਿਆ। ਜਨ ਨਾਨਕ ਸਤੇ ਗੁਰ ਮੇਲੇ, ਹਾਰੇ ਜਗ ਦੋਤਰ ਤਰਿਆ, ਜਗ ਦੋਤਰ ਤਰਿਆ। ਅਗਲਾ ਜਿਹੜਾ ਸੌਖਾ ਹੈ ਉਹ ਅਸੀਂ ਲੈ ਲਿਆ ਪਿੱਛੇ। ਅਸੀਂ ਉਹ ਸ਼ਬਦ
ਪੂਰਾ ਅਗਲਾ ਲੈ ਚੁੱਕੇ ਹਾਂ। ਹੁਣ ਅਸੀਂ ਅਗਲੇ ਸ਼ਬਦ 'ਤੇ ਜਾਂਦੇ ਹਾਂ। ਪੇਜ ਨੰਬਰ 2 ਹੈ ਜਿਹੜਾ ਤੁਹਾਡੇ ਹੱਥਾਂ 'ਚ, ਉਹ ਖੋਲ੍ਹ ਲਓ ਔਰ ਅਸੀਂ ਅਗਲੇ ਛੰਦ ਦੇ ਉੱਤੇ ਪਹਿਲਾ ਛੱਕਾ ਦੇ 2 ਛੰਦ ਪੂਰੇ ਹੋ ਚੁੱਕੇ ਆ। ਹੁਣ ਤੀਸਰਾ ਤੇ ਚੌਥਾ ਸੀ ਔਰ ਇਹ ਚੱਲਦਾ ਰਹੇਗਾ ਗਿਆਨ ਇਹ ਛੱਕੇ ਦਾ। ਲੇਕਿਨ ਇਹਦਾ ਅਸੀਂ ਤੀਸਰਾ ਛੰਦ ਪੜ੍ਹਨ ਲੱਗੇ ਹਾਂ। ਪੰਨਾ ਹੈ ਪੇਜ 448 ਐਂਡ 449, 448 ਤੇ 449 ਪੇਜ ਦੇ ਉੱਤੇ। ਇੱਥੋਂ ਇਹ ਛੰਦ ਸ਼ੁਰੂ ਹੁੰਦਾ ਹੈ। ਹਮ ਮੂਰਖ ਮੁਗਧ ਸਰਨਾਗਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰੇ ਪੂਰੈ ਹਰ ਪਾਇਆ ਹਰ ਭਗਤੇ ਇੱਕ ਮੰਗਾ ਹਰ ਭਗਤੇ ਇੱਕ ਮੰਗਾ ਮੇਰਾ ਮਨ ਤਨ ਸਭ ਦੇ ਵਿਗਾਸਿਆ ਜਪੇ ਅਨੰਤ ਤਰੰਗਾ ਜਪੇ ਅਨੰਤ ਤਰੰਗਾ ਮਿਲੇ ਸੰਤ ਜਾਨਾ ਹਰੇ ਪਾਇਆ ਨਾਨਕ ਸਤ ਸੰਗਾ ਨਾਨਕ ਸਤ ਸੰਗਾ। 2 ਡੰਡੀਆਂ ਤੀਆ 2 ਡੰਡੀਆਂ ਪਹਿਲੇ ਛੱਕੇ ਦਾ ਤੀਸਰਾ ਛੰਦ ਅਸੀਂ ਪੜ੍ਹਿਆ ਹੈ। ਇੱਥੋਂ ਮਹਾਰਾਜ ਸ਼ੁਰੂ ਕਰਦੇ ਵੀ ਹਮ ਅਸੀਂ ਮੂਰਖ ਮੁਗਧ ਬੇਵਕੂਫ ਅਜਾਣ ਸੀ। ਅਸੀਂ ਸਰਣਾਗਤੀ ਜਦੋਂ ਪਏ ਉਸ ਪਾਵਰ ਦੇ ਮਿਲ ਗੋਬਿੰਦ ਰੰਗਾ ਰਾਮ ਰਾਜੇ ਸਾਨੂੰ ਵੀ ਰੱਬ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ। ਔਰ ਉਹ ਅਸੀਂ ਪਹਿਲਾਂ ਮੂਰਖ ਸੀ। ਹਮ ਮੂਰਖ ਮੁਗਧ ਸਰਣਾਗਤੀ ਉਹਦੀ ਸ਼ਰਨ 'ਚ ਜਾਣਾ ਕੀ ਹੈ। ਇਹ ਬੜੀ ਚੀਜ਼ ਆ। ਬਹੁਤ ਵਾਰੀ ਸ਼ਰਨ ਹੋਊਗੀ ਕਿਹਦੀ ਸ਼ਰਨ ਪੈਣਾ ਹੈ ਮੈਨੂੰ ਖੋਲ੍ਹਦੇ ਹੈ। ਕਈ ਗੁਰ ਗੁਰ ਕਰਤ ਸ਼ਰਨ ਜੇ ਆਵੇ ਪ੍ਰਭ ਆਏ ਮਿਲੇ ਖਿੰਨ ਢੀਲ ਨਾ ਪਈਆ। ਜਿਹੜਾ ਗੁਰੂ ਗੁਰੂ ਕਰੀ ਜਾਣਾ ਹੈ ਗੁਰਮੰਤਰ ਨੂੰ ਜਪੀ ਜਾਣਾ ਐਟੋਮੈਟਿਕਲੀ ਜਿਹਦਾ ਨਾਮ ਜਪਦੇ ਹੋ ਉਹਦੀ ਸ਼ਰਨ 'ਚ ਹੋ। ਅਸੀਂ ਇੱਕ ਅਕਾਲ ਪੁਰਖ ਦਾ ਧਿਆਨ ਰੱਖਣਾ ਉਹਦਾ ਨਾਮ ਜਪਦੇ ਇੱਕ ਦਾ ਉਹਨੂੰ ਲਾਜ ਆਪਣੇ ਨਾਮ ਦੀ ਉਹ ਆਪਣੀ ਅਸੀਂ ਉਹਦੀ ਸ਼ਰਨ 'ਚ ਜਾ ਰਹੇ ਹਾਂ ਔਰ ਉਹ ਲਾਜ ਰੱਖੇਗਾ। ਦੇਖੋ ਕੈਸਾ ਗੁਰੂ ਤੇਗ ਬਹਾਦਰ ਸਾਹਿਬ ਦਾ ਵਿਸ਼ਵਾਸ ਔਰ ਜਿਨ੍ਹਾਂ ਨੇ 26 ਸਾਲ ਉਹ ਸ਼ਰਨ ਨਹੀਂ ਛੱਡੀ। ਗੁਪਤ ਰਹਿ ਕੇ ਤਪ ਕਰ ਰਹੇ ਲੇਕਿਨ ਉਹਦੀ ਸ਼ਰਨ 'ਚ ਉਹ ਸ਼ਰਨ ਕੀ ਸੀ 26 ਸਾਲ ਦੁਨੀਆ ਨੂੰ ਨਹੀਂ ਪਤਾ ਅੰਦਰੋਂ ਕਿਹਦੀ ਸ਼ਰਨ ਪਏ ਸੀ। ਗੁਰ ਗੁਰ ਕਰਤ ਸ਼ਰਨ ਜਿਆ ਪ੍ਰਭ ਆਏ ਮਿਲੇ ਖਿੰਨ ਢੀਲ ਨਾ ਪਈ। ਗੁਰੂ ਤੇਗ ਬਹਾਦਰ ਸਾਹਿਬ ਕੈਸਾ ਉਹਨਾਂ ਕੋਲ ਸਭ ਪੋਥੀਆਂ ਸੀ ਸਾਰਾ ਗੁਰੂ ਸਟੱਡੀ ਕੀਤੀਆਂ ਸੀ ਉਹਨਾਂ ਨਾਲ। ਉਹ ਸਰਨ ਕੀ ਜਾਂਦੇ ਕਹਿੰਦੇ ਹੇ ਮਹਾਰਾਜ ਕਾਲ ਪੁਰਖ ਮੇਰਾ ਮਨ ਕੁੱਤੇ ਦੀ ਪੂਛ ਹੈ ਜਿਹਦੀ ਸਦਾ ਹੀ ਵਿੰਗੀ ਰਹਿੰਦੀ ਹੈ। ਕੈਸੀ ਮਿਸਾਲ ਦਿੰਦੇ ਮੂਰਖ ਮੁਗਧ ਵੀ ਔਰ ਮੇਰੀ ਮਨ ਦੀ ਹਾਲਤ ਹੈ ਕਦੀ ਆਖਿਆ ਨਹੀਂ ਲੱਗਦਾ ਮੇਰਾ ਮਨ ਕੁੱਤੇ ਦੀ ਪੂਛ ਹੈ ਕਦੀ ਸਿੱਧਾ ਨਹੀਂ ਹੋਣਾ। ਇਹ ਕਾਲ ਪੁਰਖ ਤੂੰ ਆਪਣੇ ਨਾਮ ਦੀ ਲਾਜ ਰੱਖ ਤੈਨੂੰ ਕਿਉਂ ਸਿੱਧਾ ਤੇਰਾ ਮੇਰਾ ਮਨ ਵਿੰਗਾ ਬੜਾ ਸਿੱਧਾ ਨਹੀਂ ਹੋਣਾ ਜਿੰਨ ਚਿਰ ਤੂੰ ਕਿਰਪਾ ਨਹੀਂ ਕਰਦਾ। ਤੇਰਾ ਨਾਮ ਜਪਦਾ ਤੈਨੂੰ ਆਪਣੇ ਨਾਮ ਦੀ ਲਾਜ ਰੱਖ। ਸਵਾਨ ਪੂਛ ਦੇਖੋ ਬਾਬੇ ਦੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਵਾਨ ਪੂਛ ਜਿਉਂ ਭਇਓ ਨ ਸੀਧੋ ਬਹੁਤ ਯਤਨ ਮੈਂ ਕੀਨ ਨਾਨਕ ਲਾਜ ਵਿਰਧ ਕੀ ਰੱਖੋ। ਤੂੰ ਆਵਾਜ਼ ਆਈ ਹੁਣ ਵੀ ਤੂੰ ਸਪੈਸ਼ਲ ਬੰਦਾ ਤੇਰੀ ਰਾਜ ਰੱਖ ਬਾਕੀ ਦੁਨੀਆ ਥੋੜੀ ਹੈ। ਕਹਿੰਦਾ ਨਹੀਂ ਮੈਨੂੰ ਕੋਈ ਹੋਰ ਆਸਰਾ ਨਹੀਂ ਨਾਮ ਤੁਮਾਰੋ ਨਹੀਂ ਮੈਂ ਹੋਰ ਕਿਸੇ ਦਾ ਨਾਮ ਨਹੀਂ ਜਪਦਾ। ਦੇਖੋ ਕਿੰਨਾ ਤਾਣ ਆ ਵੈ ਅਸੀਂ ਉਹਦੀ ਸ਼ਰਨ 'ਚ ਜਾਣਾ ਜਿਹੜਾ ਕਿ ਸਾਨੂੰ ਨਹੀਂ ਪਤਾ ਕੀ ਹੈ ਸਾਰਾ ਲੇਕਿਨ ਉਹਦਾ ਨਾਮ ਦਾ ਸਾਨੂੰ ਪਤਾ। ਇਸ ਕਰਕੇ ਉਹ ਬਾਬਾ ਕਹਿੰਦਾ ਬਾਬਾ ਜੀ ਕਹਿੰਦੇ ਸਵਾਨ ਪੂਛ ਕੁੱਤੇ ਦੀ ਪੂਛ ਜਿੱਦਾਂ ਸਿੱਧੀ ਨਹੀਂ ਹੁੰਦੀ 12 ਸਾਲ ਅਗਲਿਆਂ ਨਾਲ ਬੰਝ 'ਚ ਪਾ ਛੱਡੀ ਸੀ ਸਿੱਧੇ 'ਚ
ਉੱਤੇ ਰੱਸੀ ਬੰਨ੍ਹ ਦਿੱਤੀ, ਉਹ ਬੰਝ ਲਈ। ਫਿਰ ਇਹ 12 ਸਾਲ ਬਾਅਦ ਜਦੋਂ ਬੰਝ ਲਾਇਆ ਪੂਛ ਤੋਂ, ਕਹਾਵਤ ਹੈ ਕਿ ਪਿੰਡੀ ਥਾਂ ਦੀ, ਉਹ ਪੂਛ ਤੋਂ ਬੰਗ ਲਿਆ, ਫਿਰ ਮੁੜ ਕੇ ਕੁੰਡ ਪਾ ਗਿਆ। ਐਦਾਂ ਮਨ ਨੂੰ ਕਦੀ ਮਰਿਆ ਨਾ ਸਮਝੋ। ਇਹਨੂੰ ਮਰਨਾ ਜਿਹੜਾ ਹੈ ਜੀਵਨ ਮੁਕਤ ਹੋਣਾ, ਮਨ ਨਹੀਂ ਮਰਨਾ, ਕੱਖ ਨਹੀਂ ਹੋਣਾ। ਲੇਕਿਨ ਸਰਨ ਕੇ ਦੀ ਧਿਆਨ ਕਿਹਦੇ 'ਚ ਰੱਖਣਾ? ਧਿਆਨ ਬਾਬਾ ਨਾਨਕ ਕਹਿੰਦਾ ਜੇ ਕੋ ਹੋਵੇ ਤੇ ਦਿਸੈ, ਔਰ ਨਾ ਰੂਪ ਨਾ ਜਾਤ, ਤੂੰ ਆਹੋ ਕੰਮ ਕਰੀ ਚੱਲ। ਲਿਖਿਆ ਆਖਾ ਸ਼ਬਦ ਭਾਖਾ ਹਰ ਦਿਨ ਰਾਤ, ਤੇ ਐਸ ਫੇਰ ਨਾਲ ਨਾਮ ਜਪ ਜਿੱਦਾਂ ਗੁਰੂ ਬਾਬੇ ਤੇਗ ਬਹਾਦਰ ਸਾਹਿਬ ਨੇ ਜਪਿਆ। ਸਵਾਨ ਪੂਛ ਜੂ ਭਇਓ ਨ ਸੀਧੋ, ਬਹੁਤ ਯਤਨ ਮੈਂ ਕੀਨ, ਨਾਨਕ ਲਾਜ ਬਿਰਧ ਕੀ ਰੱਖੋ, ਨਾਮ ਤੁਹਾਰੋ ਲੀਨ। ਕਬੀਰ ਸਾਹਿਬ ਐਡਾ ਵੱਡਾ ਭਗਤ, ਐਡਾ ਇੱਟ ਵਰਗਾ ਵਿਸ਼ਵਾਸ ਸੀ ਇਸ ਦੇ ਉੱਤੇ। ਉਹ ਕਹਿੰਦਾ ਕਹੋ ਕਬੀਰ ਅੱਖਰ ਦੋਈ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਉਹ ਨਹੀਂ ਹੈ ਤੇ ਨਹੀਂ ਰੱਖੂਗਾ, ਪਰ ਉਹ ਹੈ ਸਾਰੀ। ਕਹਿੰਦਾ ਕਹੋ ਕਬੀਰ ਅੱਖਰ ਦੋਈ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਜਿਸੇ ਅੱਖਰ ਦੋ ਆ ਜਾਣ, ਉਹ ਅਰਧਾ ਉਰਦੀ ਬਿਆਸ, ਜਾਂ ਪਰਮੇਸ਼ਰ ਦਾ ਨਾਮ ਜਿਹੜਾ ਵੀ ਜਪਦੇ ਆਪਣੇ ਗੁਰੂ ਕੋਲੋਂ ਲੈ ਕੇ ਉਹਦੇ 2 ਹਿੱਸੇ ਕਰ ਲਓ, ਇੱਕ ਅੰਦਰ ਭੇਜੋ ਇੱਕ ਬਾਹਰ, ਉਹਦੇ ਤੇ ਅਭਿਆਸ ਕਰੋ। 2 ਅੱਖਰ ਜਿੱਥੇ ਲਫ਼ਜ਼ ਆ ਜੇ ਉਹ ਪਰਮੇਸ਼ਰ ਦੇ ਨਾਮ ਦੇ 2 ਹਿੱਸਿਆਂ ਇਸ਼ਾਰਾ, ਜਿਹੜਾ ਅਸੀਂ ਅਰਧਾ ਉਰਦੀ ਜਾਂ ਸਾਸ ਗਿਰਾਸ ਨੇ ਜਪਦੇ ਹਾਂ। ਇਸ ਕਰਕੇ ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਗ। ਆ ਇੱਦਾਂ ਅਸੀਂ ਮੂਰਖਾਂਗੂ ਕਿ ਸਾਨੂੰ ਕੁਛ ਨਹੀਂ ਪਤਾ, ਮਹਾਰਾਜ ਕੁੱਤੇ ਦੀ ਪੂਛ ਮੇਰਾ ਮਾਨ ਹੈ, ਸਿੱਧਾ ਨਹੀਂ ਹੋਣਾ ਤੇ ਕਿੱਦਾਂ ਮੈਂ ਕੀ ਕਰਾਂ? ਹਮ ਮੂਰਖ ਮੁਗਧ ਸਰਨਾਗਤੀ, ਮਿਲ ਗੋਵਿੰਦ ਰੰਗਾ ਰਾਮ ਰਾਜ। ਏਦਾਂ ਸਾਨੂੰ ਪਏਗਾ, ਪਹਿਲਾਂ ਤੈਨੂੰ ਰੰਗ ਚੜੇਗਾ, ਉਹ ਤੇਰੇ ਅੰਦਰ ਹੀ ਆਉਣਾ, ਰੰਗ ਨਹੀਂ ਵੀ ਤੇਰਾ ਜਿਸਮ ਲਾਲ ਹੋ ਜਾਣਾ ਜਾਂ ਮੂੰਹ ਸਾਰਾ। ਉਹ ਤੈਨੂੰ ਰੰਗ ਦਾ ਮਤਲਬ ਹੈ ਪਹਿਲੀ ਕਲਾ ਵਰਤਣੀ ਹੈ, ਔਰ ਤੂੰ ਉਹ ਚੀਜ਼ ਮਹਿਸੂਸ ਕਰਨੀ ਹੈ ਜਿਹੜੀ ਤੂੰ ਬਿਆਨ ਨਹੀਂ ਕਰ ਸਕੇਗਾ। ਇਸ ਕਰਕੇ ਉਹ ਐਸੀ ਅੰਦਰ ਕਲਾ ਵਰਤਣੀ ਹੈ। ਪਹਿਲਾਂ ਹੀ ਜਦੋਂ ਤੂੰ ਮੂਰਖਾਂਗੂ ਆਹ ਵਿਸ਼ਵਾਸ ਰੱਖ ਕੇ ਤੂੰ ਨਾਮ ਜਪੇਗਾ ਵੀ ਗੋਬਿੰਦ ਦਾ ਰੰਗ ਜਿਹੜਾ ਹੈ ਬਹੁਤ ਇੱਚੀ ਚੀਜ਼ ਹੈ, ਮੈਨੂੰ ਵੀ ਕਿਤੇ ਚੜ੍ਹ ਜਾਏ। ਉਹ ਕਹਿੰਦੇ ਚੜ੍ਹੇਗਾ। ਹਮ ਮੂਰਖ ਮੁਗਧ ਸਰਨਾਗਤੀ, ਮਿਲ ਗੋਵਿੰਦ ਰੰਗਾ ਰਾਮ ਰਾਜੇ। ਆ ਗਿਆ ਪੂਰਾ ਗੁਰੂ, ਉਹ ਸਤਿਗੁਰੂ। ਗੁਰੇ ਗੁਰੇ ਪੂਰਾ, ਇਹੋ ਸਤਿਗੁਰੂ ਹੈ, ਅਕਾਲ ਪੁਰਖ ਹੈ। ਗੁਰੇ ਪੂਰਾ ਹਰ ਪਾਇਆ। ਮੇਰੇ ਉਹ ਸਤਿਗੁਰੂ ਨੇ ਜਾਂ ਗੁਰੇ ਪੂਰੇ ਨਾ ਰੱਬ ਉਹਨਾਂ ਨੇ ਪਾਇਆ ਹੈ, ਪਰ ਮੈਂ ਉਹਦੀ ਇੱਕ ਭਗਤੀ ਮੰਗ ਰਿਹਾ ਹਾਂ। ਗੁਰੇ ਪੂਰੇ ਹਰ ਪਾਇਆ, ਹਰ ਭਗਤੇ ਇੱਕ ਮੰਗਾ, ਹਰ ਭਗਤੇ ਇੱਕ ਮੰਗਾ। ਭਗਤੀ ਕੀ ਮਿਲੀ? ਜਿਹੜਾ ਸ਼ਬਦ ਜਪਦਾ ਸੀ ਉਹਨੇ ਤੇ ਖੇੜੇ ਲਿਆ, ਤੇ ਅੰਦਰ ਗੁਲਜ਼ਾਰਾ, ਅੰਦਰ ਮਨ ਖੇੜਿਆ ਹਰਿਆ ਭਾਗ। ਉਹ ਮੈਂ ਤੇ ਵਿਗਸ ਗਿਆ, ਜਿਹੜਾ ਰੋਜ਼ ਜਪ ਪੜ੍ਹਦੇ ਹੋ ਨਾਨਕ ਭਗਤਾਂ ਸਦਾ ਵਿਗਾ। ਉਸ ਵੇਲੇ ਫਿਰ ਜਿਹੜਾ ਨਾਮ ਜਪ ਰਿਹਾ ਹੁੰਦਾ ਸੁਣਨਾ ਸ਼ੁਰੂ ਹੋ ਜਾਂਦਾ, ਫੇਰ ਬੰਦੇ ਦੇ ਦੁੱਖ ਪਾਪ ਨੱਠਦੇ। ਸੁਣਿਆ ਦੁੱਖ ਪਾਪ ਕਾ ਨਾਸ। ਪਹਿਲਾਂ ਨਹੀਂ, ਪਹਿਲਾਂ ਮਿਹਨਤ ਕਰਨੀ ਪੈਂਦੀ ਹੈ, ਪਹਿਲਾਂ ਉਹਨੇ ਪਿਛਲੇ ਕਰਮ ਵੀ ਮਟਾਉਣੇ, ਸਭ ਕੁਛ ਕਰਨਾ। ਸਾਨੂੰ ਤੇ ਇੱਕੋ ਕੰਮ ਰਹਿ ਜਾਂਦਾ ਨਾ ਜਪਣ ਵਾਲਾ, ਉਹਦੀ ਖੈਰ ਕਿੱਡੀ ਵੱਡੀ ਡਿਊਟੀ ਹੈ, ਉਹਨੇ ਸਭ ਕੁਛ ਦੇਖਣਾ। ਕਹਿੰਦੇ ਨਾ ਗੁਰੂਰੋ ਤਕੱਬਰ ਤੁਮਾਰੀ ਬਾਤ ਹੈ, ਰਹੀ ਆਜਜ਼ੀ वो हमारी बात है। ਅਭਿਆਸੀ ਨੂੰ ਕਦੀ ਕਾਲਾ ਨਹੀਂ ਪੈਣਾ ਚਾਹੀਦਾ, ਔਰ ਉਹਦੇ ਤੇ ਡੋਰੀ ਛੱਡ ਦੇਣੀ ਚਾਹੀਦੀ ਵੀ ਮੈਂ ਤੇ ਮੇਰੀ ਗਰੀਬੀ ਹੈ ਸਾਡੇ ਕੋਲ, ਤੂੰ ਜੋ ਕੁਛ ਕਰਨਾ ਐਦਾਂ ਸਰ ਪੈਣਾ ਵੀ ਗੁਰੂਰੋ ਤਕੱਬਰ ਤੁਮਾਰੀ ਬਾਤ ਹੈ, ਰਹੀ ਆਜਜ਼ੀ वो हमारी बात है। अभ्यासी ਦੇ ਹਿੱਸੇ 'ਚ ਗਰੀਬੀ ਹੈ। ਹਮ ਮੂਰਖ ਮੁਗਧ ਸਰਨਾਗਤੀ, ਮੇਲ ਗੋਵਿੰਦ ਰੰਗਾ ਰਾਮ ਰਾਜੇ। ਗੁਰੇ ਪੂਰੈ ਹਰ ਪਾਇਆ। ਮੈਂ
ਭਗਤੀ ਮੰਗਦਾ ਤਾਂ ਤੈਨੂੰ ਸਿਆਰੀ ਆ ਭਗਤੇ ਹਰ ਭਗਤੇ ਇੱਕ ਮੰਗਾ ਹਰ ਭਗਤੇ ਇੱਕ ਅੰਤਰਮੁਖੀ ਮੈਂ ਕੋਈ ਦੁਨੀਆ ਦੀ ਚੀਜ਼ ਨਹੀਂ ਮੰਗਦਾ ਕੁਛ ਨਹੀਂ ਮੈਂ ਮੰਗਦਾ ਮੈਂ ਇੱਕ ਭਗਤੀ ਮੰਗਦਾ ਹਾਂ ਔਰ ਇਸੇ ਤੇ ਅਸੀਂ ਥੋੜਾ ਜਿਹਾ ਗੁਰੂ ਰਾਮਦਾਸ ਸਾਹਿਬ ਦਾ ਹੀ ਸ਼ਬਦ ਲੈ ਕੇ ਵੀ ਮੰਗਣਾ ਕੀ ਹੈ ਅਸੀਂ ਸਦਾ ਹੀ ਅਕਾਲ ਪੁਰਖ ਵੱਲੋਂ ਉਹ ਚੀਜ਼ ਮੰਗੋ ਜਿੱਡਾ ਵੱਡਾ ਉਹ ਆਪ ਹੈ ਕਿਉਂਕਿ ਰੋਜ਼ ਰਹਿ ਰਸ ਚ ਪੜ੍ਹਦੇ ਹੋ ਜੇ ਵੱਡ ਆਪ ਤੇਵੜ ਤੇਰੀ ਦਾਤ ਉਹਨੇ ਤੇਰੇ ਅੰਦਰ ਉਜਾਲਾ ਕਰ ਦੇਣਾ ਤੇਰਾ ਹਨੇਰਾ ਜੇ ਵੱਡ ਆਪ ਤੇਵੜ ਤੇਰੀ ਦਾਤ ਜਿੰਨੇ ਦਿਨ ਕਰਕੇ ਕੀਤੀ ਰਾਤ ਤੇਰੇ ਅੰਦਰ ਘੁੱਪ ਹਨੇਰਾ ਸੀ ਤੈਨੂੰ ਕੱਖ ਨਹੀਂ ਸੀ ਪਤਾ ਅੰਦਰ ਲੇਕਿਨ ਅੰਦਰ ਜੋਤ ਦਾ ਪ੍ਰਗਟਾਵਾ ਖੁਸ਼ਬੂਆਂ ਆਉਣ ਲੱਗ ਪਈਆਂ ਅੰਦਰ ਨਾਦ ਵੱਜਣ ਲਾਓ ਮੈਨੂੰ ਸੁਣ ਰਹੇ ਨੇ ਔਰ ਆਹ ਕੀ ਹੋ ਗਿਆ ਅੰਦਰ ਮੇਰੇ ਕਹਿੰਦਾ ਉਹ ਐਡਾ ਆਹ ਦਾਤਾਂ ਮੰਗ ਉਹਦੇ ਕੋਲੋਂ ਬਾਹਰਲੀਆਂ ਦਾਤਾਂ ਆਪੇ ਆ ਜਾਣੀਆਂ ਕਿਉਂਕਿ ਇਹ ਐਸੀ ਬਾਣੀ ਹੈ ਜਿਹ 'ਚ ਲਿਖਿਆ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਭਾਵੇਂ ਜਪਿਆ ਮੈਂ ਹੋਵੇ ਬਹੁਤਾ ਪਰ ਪਿਆਰਾ ਲੱਗ ਜਾਏ ਯਾਰ ਇਹ ਬੜੀ ਵੱਡੀ ਚੀਜ਼ ਹੈ ਇਹਦੇ ਬੜੇ ਫਾਇਦੇ ਆ ਉਹਦੇ ਵੀ ਚਿੰਤ ਕੰਮ ਹੋ ਜਾਂਦੇ ਆ ਬਾਣੀ ਸਰਟੀਫਾਈ ਕਰਦੀ ਹੈ ਇਸ ਕਰਕੇ ਨਾਮ ਐਸੀ ਚੀਜ਼ ਹੈ ਇਹਨੂੰ ਲੱਗੋ ਇਹਦਾ ਫਾਇਦਾ ਇਹ ਹੈ ਕਿ ਅਚਿੰਤ ਕੰਮ ਹੀ ਤੇਰੇ ਹੋਣ ਲੱਗ ਪੈਣੇ ਆ ਇਸ ਕਰਕੇ ਜਿਹੜਾ ਭਗਤੀ ਇੱਕ ਚੀਜ਼ ਮੰਗਣੀ ਸਦਾ ਹੀ ਉਸ ਪਾਵਰ ਕੋਲੋਂ ਵੀ ਸਾਨੂੰ ਭਗਤੀ ਦੇ ਅਸੀਂ ਹੁਣ ਤੁਕ ਦੇਣ ਲੱਗੇ ਹਾਂ ਗੁਰੂ ਰਾਮਦਾਸ ਸਾਹਿਬ ਦੀ ਵੀ ਅਸੀਂ ਕੀ ਮੰਗਣਾ ਹੈ कलयुग की सुन साधना कलयुग का धर्म कहो तुम भाई किव छूटे हम छुटका की इत्थों शब्द शुरू हुंदा कलयुग का धर्म कहो तुम भाई किव छूटे हम छुटका की हर हर जप बेड़ी हर तुलहा हर जपियो तरे तराकी हर जपियो तरे तराकी हर जी लाज राखो हर जन की हर हर भगते दृढ़ावो अपनी हम हर हर जपन जपावो अपना हम मांगी भगते देवतियां दी नहीं मंगा ओही गुरु महाराज कह रहे हैं ध्यान ना जुबानी याद करनियां तो भी असी मंगना की है कलयुग का धर्म कहो तुम भाई के छूटे हम छुटका की हर हर जप दरिया नूं लंघण दे 3 तरीके हुंदे आ बेड़ी मिल जाए जां तोड़ा बन जाए ट्यूब जिहड़ी तरते जिद्दां असीं कौड़ियां अल्लाह नूं कानियां 'च बन्ह के एक अगे ला के हल्कियां होंदियां पार चढ़ जाईदा दरबार तो नहीं तो जे कुछ भी ना होवे फिर बाही तर जाईदा स्विमर जिहड़े तरदे आ सारे तो जां ते बाही पै जा जां तोड़ा मिल जाए जां फिर बेड़ी मिल जाए अगर ये सारे काम करने हैं तो आ कर हर हर जप बेड़ी हर हर जप बेड़ी हर तुलहा वही तुलहा है और तैराकी बनना हर हर तारियो तैराकी इस करके नाम जप के ही तैराकी है नाम जप के बेड़ी च बहना नाम दे विच ही सारे काम आ जाने जिहड़े पार लंघण वाले तो हम मांगी भगते इक्का की आड़ी भगती मंगनी है एक दी मंगनी और हूबहू ओह गुरु महाराज पदवी इत्थे इहो कह रही है हम मूरख मुगद शरणागति मिल गोविंद रंगा राम राजे गुरे पूरे उस पूरा सतगुरु है वही अकाल पुरख का जिहड़ा स्वरूप है जोड़न हारा अंदर आना सतगुरु वाल इशारा है गुरे पूरा उन्हें रब पाया हर पाया ओदे कोलों मैं हर भगते एक मंगा हर भगते एक मंगा मेरा मन जदों आ मैं अरदास मेरी उन्हें सुन लई मेरे ते मन च खेड़े आ गया बाबा गुरु अर्जन पातशाह कहते मन की की हालत हो जाती मन खेड़िया हरिया बाग आ चीज़ां अंदर आ जांदियां मेरा मन तन भी जिसम विच भी फराटे फिरन लग पैंदे आ ऐसा ही जिसम च स्वाद आउंदे फिर और मन दे विच भी मेरा मन तां सब दे ददे दी सियारी बुलाउणी है शब्द ज्ञान देण वाले भी आ
ਆ ਜਿਹੜਾ ਅਸੀਂ ਸ਼ਬਦ ਪੜ੍ਹਨੇ ਗਿਆਨ ਦੇ ਰਿਹਾ ਸਾਰੀ ਰਖ ਮੁਗਦ ਸਰਨਾਗਤੀ ਮੇਲ ਗੋਵਿੰਦ ਰੰਗਾ ਰਾਮ ਰਾਜੇ ਗੁਰੇ ਪੂਰੇ ਸਤਿਗੁਰੂ ਹੈ ਗੁਰੇ ਇਨਸਾਨ ਨੂੰ ਸਤਿਗੁਰੂ ਕਰੇਗਾ ਸਦਾ ਅਧੂਰਾ ਹੈ। ਸਾਡਾ ਗਿਆਨ ਕਹਿੰਦਾ ਵੀ ਉਹੀ ਪੂਰਾ ਹੈ, ਇਨਸਾਨ ਹਮੇਸ਼ਾ ਹੀ ਅਧੂਰਾ ਹੈ। ਸਾਰੀ ਬਾਣੀ ਚਾਹੁੰਦਾ ਹਾਮ ਊਰੇ ਤੁਮ ਪੂਰੇ। ਉਹ ਜਿਹੜਾ ਇਨਸਾਨ ਨਹੀਂ ਹੈ, ਜਿਹਦੀ ਦੇਹ ਕੋਈ ਨਹੀਂ ਹੈ ਔਰ ਸਾਡੇ ਅੰਦਰ ਆਉਣਾ ਹੋਵੇ, ਉਹ ਗੁਰਪੂਰਾ ਹੈ ਸਤਿਗੁਰੂ। ਗੁਰੇ ਪੂਰਾ ਹਰ ਪਾਇਆ ਹਰ ਭਗਤ ਏਕ ਮੰਗਾ ਹਰ ਭਗਤ ਏਕ ਮੰਗਾ ਮੇਰਾ ਮਨ ਤਨ ਸ਼ਬਦ। ਦੋ ਸ਼ਬਦ ਨੇ, ਇੱਕ ਆ ਗਿਆਨ ਦੇ ਰਹੇ ਜਿਹੜਾ ਪੜ੍ਹ ਰਹੇ ਆ, ਇੱਕ ਜਪਣ ਵਾਲੇ ਸ਼ਬਦ ਨਾਲ ਕਲਿਆਣ ਹੋਣੀ ਆ। ਮੇਰਾ ਮਨ ਤਨ ਸ਼ਬਦੇ ਮੇਗਾ ਜਪੇ ਆਨੰਦ ਤਰੰਗਾ ਜਪੇ ਆਨੰਦ ਤਰੰਗਾ। ਅਗਲੀ ਲਾਈਨ 'ਚ ਫਿਰ ਕਰਮ ਅਗਲੇ ਖੰਡ 'ਚ ਚੜ੍ਹ ਜਾਂਦਾ ਹੈ। ਸੰਤ ਜਨ ਅੰਦਰ ਆ ਜਾਂਦੇ ਆ। ਜੋ ਅਗਲਾ ਆ ਗਿਆ ਹੈ ਇਹ ਅਸੀਂ ਅਗਲੀ ਬੈਠਕ ਚ ਲਾਂਗੇ। ਪਰ ਆ ਬਾਬਾ ਨਾਨਕ ਕਹਿੰਦਾ ਮੈਂ ਤੇ ਲੱਗਾ ਹੀ ਰਹਿਣਾ ਦਿਨ ਰਾਤ, ਕਿਨੂੰ ਮੇਰਾ ਮਨ ਤਨ ਸਭ ਦੇ ਵੇਗਾ ਸਿਆ ਜਪੇ ਆਨੰਦ ਤਰੰਗਾ ਜਪੇ ਆਨੰਦ ਤਰੰਗ। ਉਹ ਕੀ ਹੈ? ਜੋ ਜਦਾਂ ਬਾਬੇ ਨਾਨਕ ਨਾਲ ਨਾਮ ਜਪੇ ਅਸੀਂ ਉਦਾਂ ਹੀ ਜਪਣਾ। ਇੱਕੇ ਆਖੈ ਸ਼ਬਦ ਭਾਖੈ ਆਰਦ ਉਰਦ ਦਿਨ ਰਾਤੇ ਆਰਦ ਉਰਦ ਦਿਨ ਰਾਤੇ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।